पाँच हाਜ਼ਰੀ ਲਗਾਈ ਉਚਾਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹਲਾ ਪੰਜਵਾਂ। ਇਹ ਸ੍ਰੀ ਰਾਗ ਦੇ ਅੰਦਰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀਆਂ ਦਾ 14ਵਾਂ ਸ਼ਬਦ ਹੈ ਜੀ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 47 ਅੰਗ ਦੇ ਉੱਪਰ ਸੁਭਾਏਮਾਨ ਹੈ। ਧੰਨ 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 ਜਿਨ ਪ੍ਰਭ ਦੀਆ, ਰੱਖਿਆ ਸਹਿਜ ਸਵਾਰ। ਸਤਿਗੁਰੂ ਕਹਿੰਦੇ ਹੈ ਉਸ ਵਾਹਿਗੁਰੂ ਨੇ ਪਰਮਾਤਮਾ ਨੇ ਜਿਹਨੇ ਮਨ ਤਨ ਤੇ ਧਨ ਜਿਨ ਪ੍ਰਭ ਦੀਆ, ਸਾਨੂੰ ਸਭ ਕੁਝ ਪਰਮਾਤਮਾ ਨੇ ਦਿੱਤਾ ਹੈ। ਮਨ ਨੂੰ ਦੇ, ਤਨ ਨੂੰ ਦੇ, ਧਨ ਨੂੰ ਦੇ। ਤੇ ਮਹਾਰਾਜ ਨੇ ਨਾਲ ਬਚਨ ਕਹਿ ਵੀ ਰੱਖਿਆ ਸਹਿਜ ਸਵਾਦ। ਇਹ ਸਰੀਰ ਨੂੰ ਕਿਹਾ ਗਿਆ ਵੀ ਉਹਨੇ ਕਿੰਨੀ ਸੋਹਣੇ ਤਰੀਕੇ ਨਾਲ ਬੰਤਰ ਬਣਾ ਕੇ ਸਰੀਰ ਨੂੰ ਸਵਾਰਿਆ। ਜਿੱਥੇ ਸੋਹਣਾ ਸਰੀਰ ਸਾਨੂੰ ਇਹ ਸੋਹਣੀ ਕਾਇਆ ਦਿੱਤੀ ਹੈ, ਉੱਥੇ ਸਭ ਕੁਝ ਦੂਸਰਾ ਵੀ ਜੋ ਸਾਡੇ ਕੋਲ ਹੈ ਉਹ ਪਰਮਾਤਮਾ ਦਾ ਹੀ ਹੈ। ਬਹੁਤ ਵਾਰੀ ਆਪਾਂ ਨੇ ਬਚਨ ਦੇ ਸਾਂਝੇ ਕੀਤੇ ਹੈ ਕਿ ਜੀਓ ਪਾਏ ਪਿੰਡ ਜਿਨ ਸਾਧਿਆ ਦਿੱਤਾ ਪਹਿਨ ਦਿਖਾਣ। ਯਾਰ ਸ਼ਬਦ ਬਿਲਕੁਲ ਮਿਲਦੀਆਂ ਨੇ ਪੰਕਤੀਆਂ, ਉਹੀ ਗੱਲ ਮਹਾਰਾਜ ਇਸ ਪੰਕਤੀ 'ਚ ਕਹਿਣਾ ਚਾਹੁੰਦੇ ਆ। ਤੇ ਮਹਾਰਾਜ ਕਹਿੰਦੇ ਗੁਰੂ ਤੇ ਰੱਬ ਨੇ ਮਿਲਣਾ ਵੀ ਉਦੋਂ ਨੇ ਜਿੱਦਣ ਉਹਦਾ ਦਿੱਤਾ ਉਹਨੂੰ ਸਮਰਪਿਤ ਕਰ ਦਿਆਂਗੇ, ਉਹਨੂੰ ਦੇ ਦਿਆਂਗੇ। ਤਨ ਮਨ ਧਨ ਸਭ ਸੌਂਪ ਗੁਰੂ ਕੋ, ਇਹ ਉਹਦਾ ਹੀ ਦਿੱਤਾ। ਮੇਰਾ ਮੁਝ ਮੈਂ ਕਿਛ ਨਹੀਂ ਜੋ ਕੁਛ ਹੈ ਸੋ ਤੇਰਾ। ਇਹ ਸਾਡੇ ਕੋਲ ਸਭ ਤੋਂ ਵੀ ਸਾਡਾ ਕੁਝ ਵੀ ਨਹੀਂ ਹੈ। ਮਹਾਰਾਜ ਕਹਿੰਦੇ ਬੰਦਿਆ ਵੀ ਵਾਹਿਗੁਰੂ ਨੇ ਮਨ ਦਿੱਤਾ ਹੈ, ਤਨ ਦਿੱਤਾ ਹੈ, ਧਨ ਦਿੱਤਾ ਹੈ। ਤੇਰੀ ਸੋਹਣੀ ਵੇਖ ਕਿੰਨੀ ਸੋਹਣੀ ਬੰਤਰ ਬਣਾਈ ਹੈ ਸਰੀਰ ਦੀ, ਤੇ ਪਰਮਾਤਮਾ ਨੇ ਤੈਨੂੰ ਸਾਰਾ ਕੁਝ ਦੇ ਕੇ ਨਵਾਜਿਆ ਹੈ। ਸਰਬ ਕਲਾ ਕਰ ਥਾਪਿਆ, ਅੰਤਰ ਜੋਤ ਅਪਾਰ। ਸਰਬ ਕਲਾ ਤਾਕਤ ਸ਼ਕਤੀ ਨਾਲ ਤੈਨੂੰ ਥਾਪਿਆ ਹੈ ਉਹਨੇ, ਤੇ ਅੰਤਰ ਜੋਤ ਆਬਾਦ। ਅੰਦਰ ਉਹਨੇ ਤੇਰੇ ਜੋਤ ਟਿਕਾ ਦਿੱਤੀ। ਪਹਿਲਾਂ ਸਰੀਰ ਸਾਜਿਆ, ਫਿਰ ਜੋਤ ਟਿਕਾ ਦਿੱਤੀ। ਗੁਰਮੁਖ ਹੁਣ ਨਾ ਸਰੀਰ ਦਾ ਇਲਾਜ ਕਰਨ ਵਾਲੇ ਤਾਂ ਬਹੁਤ ਡਾਕਟਰ ਹੈ। ਕੋਈ ਹਾਰਟ ਦਾ ਹੈ, ਕੋਈ ਕਿਸੇ ਚੀਜ਼ ਦਾ ਹੈ, ਕੋਈ ਕਿਸੇ ਬ੍ਰੇਨ ਦਾ ਹੈ, ਕੋਈ ਕਿਸੇ ਚੀਜ਼ ਦਾ ਹੈ। ਰੱਬ ਨੇ ਸਾਰਾ ਕੁਝ ਇੱਕ ਨਹੀਂ ਬਣਾਇਆ। ਇਹਦਾ ਮਤਲਬ ਵੀ ਇੰਨੇ ਕਿਸੇ 'ਚ ਯੋਗਤਾ ਨਹੀਂ ਹੋ ਸਕਦੀ ਉਹ ਸਾਰੀ ਬੋਡੀ ਦਾ ਇਲਾਜ ਕਰ ਸਕੇ। ਕੋਈ ਦਿਲ ਦਾ ਮਰੀਜ਼ ਹੈ, ਕੋਈ ਬ੍ਰੇਨ ਦਾ, ਕੋਈ ਹੱਡੀਆਂ ਦਾ ਡਾਕਟਰ ਹੈ, ਕੋਈ ਨਰਵਸ ਸਿਸਟਮ ਨੂੰ ਠੀਕ ਕਰਨ ਵਾਲਾ, ਕੋਈ ਕਿਸੇ ਤਰ੍ਹਾਂ। ਤੇ ਰੱਬ ਨੇ ਤੇ ਇਕੱਲੇ ਨੇ ਆਪਣੇ ਕਲਾ ਨਾਲ ਸਾਨੂੰ ਬਣਾਇਆ ਹੈ। ਸਾਰਾ ਕੁਝ ਉਹਦੇ ਪੈਦਾ ਕੀਤਾ ਹੋਇਆ ਹੈ। ਤੇ ਫਿਰ ਵਿੱਚ ਉਹਨੇ ਜੋਤ ਟਿਕਾ ਦਿੱਤੀ। ਸ਼ਬਦ ਬਹੁਤ ਵਾਰੀ ਦਾਸ ਨੇ ਸੁਣਾਇਆ ਸੁਖਮਨੀ ਸਾਹਿਬ ਦੀ ਬਾਣੀ 'ਚੋਂ। ਰਮਈਆ ਕੇ ਗੁਣ ਚੇਤ ਪੁਰਾਨੀ ਕਵਣ ਮੂਰਤੇ ਕਵਣ ਦ੍ਰਿਸ਼ਟਾਨੀ। ਜੇਤ ਤੂੰ ਸਾਜ ਸਵਾਲ ਸ਼ਿੰਗਾਰਿਆ, ਗਰਭ ਅਗਨ ਮੈਂ ਜਿਹੜੇ ਉਬਾਰਿਆ। ਸਰਬ ਕਲਾ ਕਰ ਥਾਪਿਆ। ਇਹ ਅਰਥ ਹੀ ਨੇ ਦੋਵਾਂ ਪੰਕਤੀਆਂ ਦੇ। ਇਹ ਉਹਨੇ ਆਪਣੀ ਤਾਕਤ ਨਾਲ ਤੈਨੂੰ ਥਾਪਿਆ। ਸਾਡੀ ਬਰਕਤ ਰੱਬ ਨੇ ਬਣਾਈ ਹੈ। ਚਲੋ ਮਾਂ ਦਾ ਹੀ ਅਸੀਂ ਆਏ ਹਾਂ, ਸਾਨੂੰ ਬਣਾਉਣ ਵਾਲੀ ਮਾਂ ਨਹੀਂ ਹੈ। ਉੱਥੇ ਸਾਡੀ ਰੱਖਿਆ ਕਰਨ ਵਾਲਾ, ਸਾਨੂੰ ਭੇਜਣ ਵਾਲਾ ਮਾਂ ਰਹੀ ਉਹ ਪਰਮਾਤਮਾ ਹੈ। ਤੇ ਸਤਿਗੁਰਾਂ ਨੇ ਕਿਹਾ ਮਾਟੀ ਏਕ ਅਨੇਕ ਭਾਂਤ ਕਬ ਸਾਜੀ ਸਾਜਨ ਹਾਰੇ। ਨਾ ਕਛ ਪੋਚ ਮਾਟੀ ਕੇ ਭਾਂਡੇ, ਨਾਮ ਕਛ ਪੋਚ ਕੋ ਭਾਂਡੇ। ਉਹਨੇ ਇੱਕ ਸੱਚੇ ਚੋਂ ਇੱਕ ਸਰੀਰ ਕੱਢਿਆ। ਇਹ ਸਾਰੇ ਸੰਸਾਰ ਨੂੰ ਬਣਾਇਆ ਪਰਮਾਤਮਾ ਨੇ। ਉਹਨੇ ਆਪਣੀ ਤਾਕਤ ਦੇ ਨਾਲ ਸੋਹਣੇ ਸਰੀਰ ਨੂੰ ਥਾਪਿਆ ਤੇ ਵਿੱਚ ਅੰਦਰ ਉਹਨੇ ਆਤਮਾ ਪਾ ਦਿੱਤੀ। ਚਲੋ ਸਾਇੰਟਿਸਟ ਵੀ ਇਹ ਗੱਲ ਮੰਨਦੇ ਆ। ਗੁਰੂ ਸਾਹਿਬ ਨੇ ਵੀ ਬਚਨ ਕਿਹਾ ਪਹਿਲਾਂ 3 ਮਹੀਨੇ ਬੱਚੇ ਦਾ ਸਰੀਰ ਪਲਦਾ ਹੈ ਗਰਭ ਦੇ ਅੰਦਰ। 3 ਮਹੀਨਿਆਂ ਬਾਅਦ ਵਿੱਚ ਜੋਤ ਟਿਕ ਜਾਂਦੀ ਆ ਕੇ ਫਿਰ ਸਾਹ ਵਧਣੇ ਸ਼ੁਰੂ ਹੋ ਜਾਂਦੇ ਹੈ। ਫਿਰ ਨੂੰ ਉਹ ਬੱਚਾ ਜਨਮ ਲੈ ਕੇ 9 ਮਹੀਨਿਆਂ ਬਾਅਦ ਸੰਸਾਰ 'ਤੇ ਆ ਜਾਂਦਾ। ਇਹ ਬਰਕਤ ਜਿਹੜੀ ਵਾਹਿਗੁਰੂ ਨੇ ਬਣਾਈ ਹੋਈ ਹੈ। ਸਦਾ ਸਦਾ ਪ੍ਰਭ ਸਿਮਰਿਐ, ਅੰਤਰ ਰਖਿਉ ਤਾਰ। ਜਿਹਨੇ ਤੈਨੂੰ ਸੋਹਣਾ
ਦਾ ਸਰੀਰ ਦਿੱਤਾ, ਜਿਹਦੇ ਅੰਦਰ ਜੋਤ ਟਕਾਈ, ਜਿਹੜਾ ਸਵਾਸ ਦੇ ਰਿਹਾ, ਜਿਹੜਾ ਸਮਾਂ ਦੇ ਰਿਹਾ ਹੈ, ਸਦਾ ਸਦਾ ਪ੍ਰਭ ਸਿਮਰੀਏ। ਸਦਾ ਹੀ ਐਸੇ ਪ੍ਰਭੂ ਨੂੰ ਸਿਮਰਨਾ ਚਾਹੀਦਾ ਜਿਹਨੇ ਇੰਨਾ ਕੁਛ ਦੇ ਕੇ ਸਾਨੂੰ ਬਦਲ ਰਿਹਾ। ਦਾਸ ਨੇ ਬਹੁਤ ਵਾਰੀ ਬੇਨਤੀ ਕੀਤੀ, ਸਰੀਰ ਦਾ ਸ਼ੁਕਰਾਨਾ ਕਰਦਿਆਂ ਕਰਦਿਆਂ ਮਨੁੱਖ ਪ੍ਰਮਾਤਮਾ 'ਚ ਸਮਾ ਸਕਦਾ ਜੇ ਇਹਨੂੰ ਕਿਤੇ ਸ਼ੁਕਰਾਨਾ ਕਰਨਾ ਆ ਜਾਏ ਤਾਂ। ਤੰਦਰੁਸਤੀ ਕਿੱਡੀ ਵੱਡੀ ਦਾਤ ਹੈ, ਇਹ ਕਿਸੇ ਮਰੀਜ਼ ਤੋਂ ਪੁੱਛ ਕੇ ਦੇਖੋ। ਸਾਡੇ ਇੱਕ ਇੱਕ ਅੰਗ ਦੀ ਬਹੁਤ ਕੀਮਤ ਹੈ। ਇਹ ਸਮਾਂ ਅਸੀਂ ਵਿਅਰਥ ਹੀ ਬਤੀਤ ਕਰ ਰਹੇ ਹਾਂ। ਜਿਹਦੀਆਂ ਅੱਖਾਂ ਨੇ ਉਹਨੂੰ ਪੁੱਛੋ, ਜਿਹਦੇ ਹੱਥ ਕੱਟੇ ਹੋਏ ਨੇ ਉਹਨੂੰ ਕਿਤੇ ਪੁੱਛਿਓ, ਜਿਹਦੀਆਂ ਲੱਤਾਂ ਨੇ ਪੁੱਛਿਓ। ਇੱਕ ਇੱਕ ਕੀਮਤ ਅੰਗ ਦੀ ਬਹੁਤ ਕੀਮਤ ਹੈ। ਮਹਾਰਾਜ ਕਹਿੰਦੇ ਜਿਹਨੂੰ ਰੱਬ ਨੇ ਬਹੁਤ ਕੁਝ ਦਿੱਤਾ ਉਹਨੂੰ ਤੇ ਧੰਨਵਾਦ ਉਹਦਾ ਕਰਨਾ ਹੀ ਚਾਹੀਦਾ ਹੈ। ਜਿਹਦੇ ਕੋਲ ਜਬ ਲੱਗ ਜਰਾ ਰੋਗ ਨਹੀਂ ਆਇਆ, ਜਬ ਲੱਗ ਕਾਲ ਗ੍ਰਸੀ ਨਹੀਂ ਪਾਇਆ, ਜਬ ਲੱਗ ਨਿਕਲ ਭਈ ਨਹੀਂ ਬਾਣੀ ਭੱਜਦੇ ਰੇ ਮਨ। ਸਾਰਗ ਬਾਣੀ ਜੇ ਤੰਦਰੁਸਤ ਹੈ, ਠੀਕ ਠਾਕ ਹੈ, ਤੇ ਤੈਨੂੰ ਸਦਾ ਸਦਾ ਪ੍ਰਭ ਸਿਮਰੀਏ। ਅੰਤਰ ਰੱਖ ਉਰ ਧਾਰ, ਸਦਾ ਵਾਹਿਗੁਰੂ ਨੂੰ ਸਿਮਰਿਆ ਕਰਕੇ ਆਪਣੇ ਹਿਰਦੇ ਦੇ ਅੰਦਰ ਉਹਨੂੰ ਧਾਰਨ ਕਰਕੇ ਰੱਖ। ਭਾਵ ਕਿ ਸਦਾ ਵਾਸਤੇ ਆਪਣੀ ਰੂਹ 'ਚ ਵਾਹਿਗੁਰੂ ਨੂੰ ਵਸਾ ਲੈਣਾ। ਕਾਰਨ ਮੇਰੇ ਮਨ ਹਰ ਬਿਨ ਅਮਰ ਨਾ ਕੋਏ। ਮੇਰੇ ਮਨਾ ਹਰ ਤੋਂ ਬਗੈਰ ਤੇਰਾ ਰਾਖਾ ਕੋਈ ਦੂਸਰਾ ਸੰਸਾਰ 'ਚ ਨਹੀਂ ਹੈ। ਤੇਰੀ ਰੱਖਿਆ ਕਰਨ ਵਾਲਾ ਕੋਈ ਦੂਸਰਾ ਹੈ ਹੀ ਨਹੀਂ ਹੈ। ਰਾਖਾ ਏਕ ਹਮਾਰਾ, ਸੁਆਮੀ ਸਗਲ ਘਟਾ ਦਾ ਅੰਤਰ ਜਾਮੀ। ਉਹ ਵਾਹਿਗੁਰੂ ਹਰੇਕ ਤਰ੍ਹਾਂ ਦੀ ਰੱਖਿਆ, ਜਿਹਨੇ ਤੈਨੂੰ ਪੈਦਾ ਕੀਤਾ ਉਹ ਤੇਰੀ ਰੱਖਿਆ ਵੀ ਕਰੇਗਾ। ਜਿਹਨੇ ਤੈਨੂੰ ਪੈਦਾ ਕੀਤਾ ਉਹ ਤੇਰੀ ਸਾਰ ਵੀ ਲੈਂਦਾ। ਤੇ ਮਹਾਰਾਜ ਕਹਿੰਦੇ ਦੂਸਰਾ ਕੋਈ ਹੈ ਹੀ ਨਹੀਂ। ਦੱਸੋ, ਜਿੰਨੀ ਮਾਂ ਤੋਂ ਬੱਚੇ ਦੀ ਕੇਅਰ ਕਰਦੇ ਕੋਈ ਦੂਸਰਾ ਕਰੇਗਾ ਉਹਨੇ। ਇਹਦਾ ਮਤਲਬ ਮਾਂ ਵਰਗੀ ਕੋਈ ਦੂਸਰੀ ਚੀਜ਼ ਸੰਸਾਰ 'ਤੇ ਨਹੀਂ ਹੈ। ਅਨੇਕਾਂ ਉੱਥੇ ਮਾਸੀਆਂ, ਮਾਮੀਆਂ, ਚਾਚੀਆਂ, ਭਾਈ ਗੁਰਦਾਸ ਜੀ ਨੇ ਗੱਲ ਕੀਤੀ ਹੈ। ਕਹਿੰਦੇ ਮਾਂ ਵਰਗਾ ਪਿਆਰ ਕਦੇ ਮਾਮੀਆਂ, ਮਾਸੀਆਂ, ਚਾਚੀਆਂ, ਤਾਈਆਂ ਤੋਂ ਨਹੀਂ ਮਿਲਦਾ। ਮਾਂ ਇੱਕ ਹੀ ਹੁੰਦੀ ਹੈ ਜਿਹਨੇ ਜਨਮ ਦਿੱਤਾ ਹੁੰਦਾ। ਇਸ ਕਰਕੇ ਗੁਰੂ ਤੇ ਰੱਬ ਇੱਕ ਹੈ। ਮਹਾਰਾਜ ਕਹਿੰਦੇ ਉਹਦੇ ਨਾਲ ਜੁੜ, ਉਹਦੇ ਵਰਗਾ ਸੰਸਾਰ 'ਚ ਕੋਈ ਦੂਸਰਾ ਨਹੀਂ ਜਿਹੜਾ ਤੇਰੀ ਰੱਖਿਆ ਕਰ ਸਕੇਗਾ। ਪ੍ਰਭ ਸਰਨਾਈ ਸਦਾ ਰਹੋ, ਦੁਖ ਨ ਜਾਪੈ ਕੋਇ। ਪ੍ਰਭੂ ਦੀ ਸ਼ਰਨ 'ਚ ਮਨੁੱਖ ਸਦਾ ਪਿਆਰ ਰਹੋ ਤੇ ਦੁੱਖ ਨਾ ਵਿਆਪੇ ਕੋਈ। ਦੁੱਖ ਤੈਨੂੰ ਕੋਏਗਾ ਕੋਈ ਨਹੀਂ ਕਰੋ ਜੇ ਉਹਦੀ ਸ਼ਰਨ 'ਚ ਪਏ ਰਹਾਂਗੇ। ਪ੍ਰਭ ਕੀ ਸ਼ਰਨ ਸਗਲ ਭੈ ਲਾਥੇ, ਦੁੱਖ ਬਿਨਸ ਕੇ ਸੁਖ ਪਾਇਆ। ਜੇ ਉਹਦੀ ਸ਼ਰਨ 'ਚ ਪਏ ਰਹਾਂਗੇ ਤੇ ਸਾਡੀ ਰੱਖਿਆ ਉਹ ਕਰੇਗਾ। ਫਿਰ ਦੁੱਖ ਜੀਵਨ 'ਚੋਂ ਖਤਮ ਹੋ ਜਾਂਦੇ, ਕੋਈ ਦੁੱਖ ਵਿਆਪਦਾ ਨਹੀਂ। ਰਤਨ ਪਦਾਰਥ ਬਾਣਕਾ, ਸੁਇਨਾ ਰੂਪਾ ਖਾਕ। ਮਹਾਰਾਜ ਨੇ ਅਗਲੇ ਵੀ ਬਚਨ ਕਹਿ ਵੀ ਮਨੁੱਖ ਭੁੱਲਿਆ ਕਿਉਂ ਅਸਲ ਵਿੱਚ ਰੱਬ ਨੂੰ। ਇਹਦਾ ਮਤਲਬ ਇਹਦੇ ਕੋਲ ਬਹੁਤ ਕੁਝ ਰਤਨ ਪਦਾਰਥ ਬਾਣਕ ਆ, ਕੋਈ ਸੋਨਾ ਆ ਗਿਆ, ਰੂਪਾ ਚਾਂਦੀ ਇਕੱਠੀ ਕਰੀ ਬੈਠੇ ਤਾਂ ਸ਼ਾਇਦ ਰੱਬ ਨੂੰ ਭੁੱਲ ਗਿਆ। ਤੇ ਮਹਾਰਾਜ ਨੇ ਨਾਲ ਕਹੇ ਖਾਕ ਸ਼ਬਦ ਵਰਤਿਆ। ਕਹਿੰਦੇ ਤੇਰੇ ਕੋਲ ਰਤਨ ਹੋਣ, ਪਦਾਰਥਾਂ ਦੇ ਭੰਡਾਰ ਭਰੇ ਹੋਣ, ਮਾਣਕ ਹੋਣ, ਕਈ ਕਿਲੋ ਸੋਨਾ ਤੇਰੇ ਘਰੇ ਪਿਆ ਹੋਵੇ, ਕੁਆਂਟਲਾਂ ਦੇ ਨਾਲ ਚਾਂਦੀ ਤੇਰੇ ਘਰੇ ਪਈ ਹੋਵੇ, ਜੇ ਤੇਰੇ ਜੀਵਨ 'ਚ ਰੱਬ ਦਾ ਨਾਮ ਨਹੀਂ ਤੇ ਸਭ ਕੁਝ ਸਵਾਹ ਆ ਤੇਰੇ ਵਾਸਤੇ। ਉਹ ਸ਼ਬਦ ਆਪਾਂ ਸ਼੍ਰੀ ਰਾਗ ਦਾ ਪਹਿਲਾ ਵਿਚਾਰਿਆ ਸੀ। ਮੋਤੀ ਦਾ ਮੰਤਰ ਉਸਦੇ ਰਸਤੇ ਦਾ ਹੋਵੇ ਜੜਾਓ, ਉਸ ਤੂਰ ਕੁੰਗੂ ਅਗਰ ਚੰਦਨ ਵੀ ਪਾਵੇ ਜਾਓ, ਮਤ ਦੇਖ ਝੂਠਾ ਵਿਸਰੇ ਤੇਰਾ ਚੇਤਨਾ ਆਵੇ। ਜੋ ਕੁਝ ਮਨੁੱਖ ਕੋਲ ਹੈ ਜੇ ਰੱਬੀ ਯਾਦ ਨਹੀਂ ਤੇ ਸਾਰਾ ਕੁਝ ਸਵਾਹ। ਕਿਹੜਾ ਨਾਲ ਸਾਡੇ ਕੁਝ ਜਾਣਾ ਸਾਡੇ ਵਾਸਤੇ ਕੁਝ ਤੋਂ ਚੁਰਾ ਕੇ ਸਵਾਹ ਹੀ ਹੈ ਵੀ ਮਿੱਟੀ ਹੋ ਗਿਆ ਸਭ ਕੁਝ, ਜਦੋਂ ਨਾਲ ਹੀ ਕੁਝ ਨਹੀਂ ਜਾਣਾ। ਤੇ ਮਹਾਰਾਜ ਕਹਿੰਦੇ ਸ਼ਾਇਦ ਰੱਬ ਨਾਲੋਂ ਟੁੱਟਣ ਦਾ ਕਾਰਨ ਹੀ ਇਹ ਮਨੁੱਖ ਨੂੰ ਬਹੁਤ ਕੁਝ ਪ੍ਰਾਪਤ ਹੋ ਗਿਆ, ਰੱਬ ਨਾਲੋਂ ਇਹਨੇ ਦੂਰੀ ਕਰ ਲਈ। ਤੇ ਮਹਾਰਾਜ ਕਹਿੰਦੇ ਜੇ ਜੀਵਨ 'ਚ ਨਾਮ ਨਹੀਂ ਤੇ ਸਭ ਕੁਝ ਸਵਾਹ ਹੋਣ ਵਾਲਾ ਹੈ। ਮਾਤ ਪਿਤਾ ਸੁਤ ਬੰਧਪਾ, ਕੂੜੇ ਸਭੇ ਸਾਕ। ਜੇ ਬੰਦਿਆਂ ਨੂੰ ਮਾਂ ਪਿਓ ਪੁੱਤਰਾਂ ਰਿਸ਼ਤੇਦਾਰਾਂ ਦੇ ਘਰ ਵਾਲਿਆਂ ਦੇ ਪਿਆਰ ਝੂਠੇ 'ਚ ਫਸਿਆ ਨਾ ਤੇ ਮਹਾਰਾਜ ਕਹਿੰਦੇ ਤੇਰਾ ਸਾਥ ਦੇਣ ਵਾਲੇ ਦੀ ਕੂੜੇ ਸਭੇ, ਕੂੜ ਝੂਠ ਨੂੰ ਕਹਿੰਦੇ ਸਭੇ ਸਾਗ। ਮਹਾਰਾਜ ਕਹਿੰਦੇ ਸਾਰੇ ਸਾਗ ਝੂਠੇ ਹੈ, ਭਾਵ ਕੇ ਨਾਲ ਨਿਭਣ ਵਾਲਾ ਕੋਈ ਨਹੀਂ ਹੈ। ਚਲੋ ਵੈਸੇ ਸੰਸਾਰ 'ਚ ਰਹਿੰਦੇ ਆ ਤੇ ਸਾਡੇ ਨਾਲ ਪਿਆਰ ਬੜਾ, ਪਰਿਵਾਰ ਜਿਹੜਾ ਬੜਾ ਪਿਆਰ ਕਰਦਾ ਹੈ, ਪਰ ਮਹਾਰਾਜ ਕਹਿੰਦੇ ਖੀਰ ਨੂੰ ਇਹਨਾਂ ਨੇ ਮਾਂ ਪਿਓ ਨੇ, ਧੀਆਂ ਪੁੱਤਰਾਂ ਨੇ, ਘਰ ਵਾਲਿਆਂ ਨੇ ਤੇਰੇ ਕੰਮ ਨਹੀਂ ਆਉਣਾ ਹੈ। ਇਹ ਝੂਠੇ ਸਾਗ ਨੇ। ਖੀਰ ਨੂੰ
पूर्व जन्म के मिले संजोगी अंत्य को ना सहाई। खीर को तेरी इन्हों को किसी ने बाह नहीं पकड़नी, तेरी सहायता नहीं करनी है। जिन गीता दिसै न जानाई, मनुख पस ना पात। जिस परमात्मा ने मनुख को पैदा किया इनू नहीं जानता है, तो वो फिर बंदा एक तो मनमुख है, एक पस पशु वर्गा बेसमझ ਤੇ ਨਾਲ ਨਪਾਕ ਸ਼ਬਦ ਵਰਤਿਆ। ਨਪਾਕ ਕਹਿੰਦੇ ਨੇ ਅਪਵਿੱਤਰ ਨੂੰ, ਗੰਦੇ ਭੈੜੇ ਜੀਵਨ ਵਾਲੇ ਨੂੰ। ਜੇ ਰੱਬ ਨਾਲੋਂ ਟੁੱਟ ਗਏ ਨਾ ਸਾਡਾ ਜੀਵਨ ਫਿਰ ਚੰਗਾ ਕੋਈ ਨਹੀਂ ਹੋਵੇਗਾ। ਮਹਾਰਾਜ ਕਹਿੰਦੇ ਜਿਹਨੇ ਪੈਦਾ ਕੀਤਾ ਜੇ ਉਹਦੇ ਨਾਲ ਵੀ ਟੁੱਟ ਗਏ ਅਸੀਂ, ਸਾਨੂੰ ਰੱਬ ਤੇ ਮਾਂ ਪਿਓ ਦਾ ਸਤਿਕਾਰ ਕਰਨਾ ਚਾਹੀਦਾ ਹਮੇਸ਼ਾ ਹੀ। ਅਸੀਂ ਉਹਨਾਂ ਦੇ ਪੈਦਾ ਕੀਤੇ ਹੋਏ ਸੰਸਾਰ ਦੇ ਦੇ ਜਿਹੜਾ ਰੱਬ ਨਾਲੋਂ ਟੁੱਟ ਗਿਆ, ਮਾਂ ਪਿਓ ਦਾ ਸਤਿਕਾਰ ਨਹੀਂ ਕਰਦਾ, ਫਟਕਾਰ ਯੋਗ ਧਰੇਗੇ ਜੀਵਨ ਸੰਸਾਰ ਦੇ ਅੰਦਰ ਉਹਦਾ ਸੀ। ਰੱਬ ਨੇ ਭੇਜਿਆ ਤੇ ਮਾਂ ਪਿਓ ਰਾਹੀਂ ਅਸੀਂ ਆਏ, ਰੱਬ ਦਾ ਵੀ ਸਤਿਕਾਰ, ਮਾਂ ਪਿਓ ਦਾ ਸਤਿਕਾਰ ਵੀ ਹੋਣਾ ਚਾਹੀਦਾ। ਤੇ ਜੇ ਨਹੀਂ ਕਰਦੇ ਆ ਤਾਂ ਮਹਾਰਾਜ ਕਹਿੰਦੇ ਜਿਹਨੇ ਪੈਦਾ ਕੀਤਾ ਜੇ ਉਹਦਾ ਹੀ ਨਹੀਂ ਬੰਦਾ ਬਣਿਆ ਤਾਂ ਫਿਰ ਦੱਸੋ ਸੰਸਾਰ ਦਾ ਕੀ ਭਲਾ ਕਰ ਸਕਦਾ ਹੈ। ਅਸਲ ਵਿੱਚ ਉਹ ਮਨਮੁਖ ਹੈ, ਉਹ ਪਸ਼ੂ ਬਿਰਤੀ ਵਾਲਾ ਹੈ, ਉਹ ਮਨੁੱਖ ਨਹੀਂ ਹੋ ਸਕਦਾ। ਇਹ ਨਪਾਕ ਅਪਵਿੱਤਰ ਭੈੜੇ ਗੰਦੇ ਜੀਵਨ ਵਾਲਾ ਮਨੁੱਖ ਹੈ ਜੀ। ਅੰਤਰ ਬਾਹਰ ਰੱਬ ਰਹਿਆ, ਜਿਸਨੂੰ ਜਾਣੈ ਦੂਰ। ਫਿਰ ਐਸਾ ਮਨਮੁਖ ਜਿਹੜਾ ਬੰਦਾ ਹੈ, ਰੱਬ ਅੰਤਰ ਬਾਹਰ ਰੱਬ ਰਿਹਾ, ਉਹ ਸਾਰੀਆਂ ਜਗ੍ਹਾ ਤੇ ਹੈ। ਤੇ ਮਨਮੁਖ ਨੂੰ ਕੀ ਸਮਝਦਾ ਹੈ, ਤਿਸ ਨੂੰ ਜਾਣੈ ਦੂਰ, ਵੀ ਰੱਬ ਤੇ ਬਹੁਤ ਦੂਰ ਹੈ, ਰੱਬ ਤੇ ਆਕਾਸ਼ ਤੇ ਰਹਿੰਦਾ ਹੈ, ਰੱਬ ਤੇ ਫਲਾਣੀ ਜਗ੍ਹਾ ਤੇ ਹੈ, ਰੱਬ ਤੇ ਇੱਧਰਲੀ ਦਿਸ਼ਾ 'ਚ ਰਹਿੰਦਾ ਹੈ, ਰੱਬ ਇੱਧਰਲੀ ਦਿਸ਼ਾ 'ਚ ਹੈ। ਮਨਮੁਖ ਇਹੀ ਸਮਝਦਾ ਵੀ ਰੱਬ ਬਹੁਤ ਦੂਰ ਹੈ। ਤੇ ਜਿਹੜੇ ਗੁਰਮੁਖ ਨੇ ਉਹ ਕਹਿੰਦੇ ਹਾਥ ਪਏ ਨੇ ਤੇ ਹੱਥ ਦੂਰ ਹੈ, ਰੱਬ ਨੇੜੇ ਕਿ ਸਭ ਸੁਣਦਾ ਸਭ ਵੇਖਦਾ, ਕੋ ਪੁੱਤਰ ਪਾਇਆ ਜਾਏ ਉਹ ਤੇ ਜੈ ਜੈ ਦੇਖੋ ਤੈ ਹਜ਼ੂਰ, ਦੂਰ ਕਤ ਹੋ ਨਾ ਜਾਏ। ਉਹ ਕਹਿੰਦੇ ਰੱਬ ਸਾਡੇ ਅੰਦਰ ਵੀ ਹੈ, ਰੱਬ ਬਾਹਰ ਵੀ ਹੈ। ਮਨਮੁਖ ਰੱਬ ਨੂੰ ਬਹੁਤ ਦੂਰ ਜਾਣਦਾ ਹੈ ਜੀ। ਕ੍ਰਿਸ਼ਨਾ ਲਾਗੇ ਰਚ ਰਹਿਆ, ਅੰਦਰ ਹਉਮੈ ਕੂਰ। ਤ੍ਰਿਸ਼ਨਾ ਲੱਗ ਗਈ ਮਨੁੱਖ ਨੂੰ ਤੇ ਤ੍ਰਿਸ਼ਨਾ 'ਚ ਰਚਿਆ ਹੋਇਆ ਹੈ। 4 ਰੁਪਈਏ ਇਕੱਠੇ ਕਰਨਾ ਤ੍ਰਿਸ਼ਨਾਲੂ ਬੰਦਾ ਤੇ ਇਹੀ ਕੁਝ ਕਰਦਾ, ਭੱਜ ਦੌੜ ਕਰਦਾ ਹੈ। ਇੱਧਰੋਂ 4 ਰੁਪਈਏ ਮਿਲ ਜਾਣ, ਇੱਧਰੋਂ 4 ਰੁਪਈਏ। ਅੰਤਰ ਹਉਮੈ ਕੂਰ, ਝੂਠੀ ਹਉਮੈ 'ਚ ਫਿਰ ਫਸ ਜਾਂਦਾ ਹੈ। ਦੁਨਿਆਵੀ ਤੌਰ 'ਤੇ ਬੰਦੇ ਨੇ ਭੱਜ ਦੌੜ ਕੀਤੀ, 4 ਰੁਪਈਏ ਪ੍ਰਾਪਤ ਕਰਦੇ, ਚੰਗਾ ਮਕਾਨ ਪਾਲਿਆ, 4 ਕਿੱਲੇ ਜ਼ਮੀਨ ਲੈ ਲਈ, ਕੋਈ ਚੰਗੀ ਨੌਕਰੀ 'ਤੇ ਲੱਗ ਜਾਂਦਾ। ਮਹਾਰਾਜ ਕਹਿੰਦੇ ਫਿਰ ਝੂਠੀ ਹਉਮੈ 'ਚ ਫਸ ਜਾਂਦਾ। ਤ੍ਰਿਸ਼ਨਾ ਦੇ ਅਧੀਨ ਜਿਹੜਾ ਮਨੁੱਖ ਹੈ ਉਹ ਰੱਬ ਦੀ ਪ੍ਰਾਪਤੀ ਨਹੀਂ ਕਰ ਸਕਦਾ ਹੈ ਜੀ। ਭਗਤੇ ਨਾਮ ਅਹੂਣਿਆ, ਆਵੈ ਵੰਜੈ ਮੂਲ। ਉਹ ਭਗਤੀ ਤੇ ਨਾਮ ਤੋਂ ਵਿਹੂਣਾ, ਆਵਹਿ ਵੰਜੈ ਪੂਰ, ਪੂਰਾਂ ਦੇ ਪੂਰ ਸੰਸਾਰ ਤੇ ਆਉਂਦੇ ਨੇ। ਭਗਤੀ ਤੋਂ ਨਾਮ ਤੋਂ ਬਗੈਰ ਉਹ ਪੂਰਾਂ ਦੇ ਪੂਰੇ ਤੁਰ ਜਾਂਦੇ ਆ। ਹੁਣ ਕਿੰਨੇ ਅਸੀਂ ਸੰਸਾਰ ਤੇ ਆਏ, ਜਪਣ ਵਾਲੇ ਕਿੰਨੇ ਕੁ ਹੈ ਜੀ? ਮੇਰੇ ਖਿਆਲ ਵੀ ਜਪਣ ਵਾਲਿਆਂ ਦਾ ਪੂਰ ਤੇ ਇਕੱਲਾ ਹੀ ਹੋਏਗਾ। ਤੇ ਜਿਹੜੇ ਵੈਸੇ ਹੀ ਤੁਰ ਜਾਂਦੇ ਨੇ ਆਪ ਨੂੰ ਦਾ ਜੀਵਨ ਜਿਉਂਦੇ ਤੇ ਪੂਰਾਂ ਦੇ ਪੂਰ ਆਏ ਤੇ ਪੂਰਾਂ ਦੇ ਪੂਰ ਚਲੇ ਵੀ ਗਏ। ਮਰਜ਼ ਕਹਿੰਦੇ ਆਏ ਕਿਉਂ, ਰੱਬ ਵੀ ਪਛਤਾਉਂਦਾ ਹੈਗਾ ਵੀ ਇਹਨਾਂ ਨੂੰ ਭੇਜਿਆ ਹੀ ਕਿਉਂ ਸੰਸਾਰ ਦੇ ਅੰਦਰ। ਉਹ ਭਗਤੀ ਤੇ ਨਾਮ ਤੋਂ ਵੀ ਹੁਣੇ ਹੀ ਤੁਰ ਜਾਂਦੇ ਆ, ਆਉਂਦੇ ਨੇ ਵੰਜੈ ਪੂਰ, ਪੂਰਾ ਦੇ ਪੂਰੇ ਤੋਂ ਤੁਰ ਗਏ ਜੀ। ਰਾਖ ਲਿਓ ਪ੍ਰਭ ਕਰਨ ਹਾਰ, ਜੀ ਜੰਤ ਕਰ ਦਇਆ। ਜੀ ਜੰਤੂਆਂ ਤੇ ਦਇਆ ਕਰਕੇ ਸਾਨੂੰ ਰੱਖ ਲੈਣਾ ਕਰੋ ਜੀ। ਇਹ ਬੇਨਤੀ ਹੈ ਵੀਰ ਤੇ ਵੀ ਵਾਹਿਗੁਰੂ ਜੀ ਕਿਰਪਾ ਕਰਿਓ। ਅਸੀਂ ਉਹਨਾਂ 'ਚ ਨਹੀਂ ਰੱਖਣਾ ਚਾਹੁੰਦੇ ਜਿਹੜੇ ਪੂਰਾ ਤੇ ਪੂਰਾ ਆ ਕੇ ਤੁਰ ਪਏ ਨੇ, ਜਿਨ੍ਹਾਂ ਨੇ ਜਪਿਆ ਨੇ। ਤੁਸੀਂ ਸਾਡੀ ਰੱਖਿਆ ਕਰੋ। ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕੰਮ ਰਾਖੀ, ਮੇਰੀ ਕਿਰਪਾ ਕਰੋ ਜੀ, ਆਪਣੀ ਚਰਨ ਛੱਡ ਦੇ ਅੰਦਰ ਰੱਖ ਲੈਣਾ ਕਰੋ। ਤਿਨ ਪ੍ਰਭ ਹੋਏ ਨਾ ਰੱਖਣ ਹਾਰ। ਹਾਂ, ਇਸ ਗੱਲ ਦਾ ਉਹ ਸਾਨੂੰ ਵੀ ਪਤਾ ਹੈ ਵੀ ਪ੍ਰਭੂ ਤੋਂ ਬਗੈਰ ਸਾਡੀ ਰੱਖਿਆ ਕਿਸੇ ਨੇ ਵੀ ਨਹੀਂ ਕਰਨੀ। ਚਲੋ ਦੁਨਿਆਵੀ ਤੌਰ 'ਤੇ ਬੰਦਾ ਕੋਈ ਗਲਤ ਕਰਦਾ, ਕੋਈ ਬੰਦਿਆਂ ਦੀ ਸ਼ਰਨ ਲੈਂਦਾ ਹੈ, ਸ਼ਾਇਦ ਫਲਾਣੇ ਬੰਦੇ ਕੋਲ ਜਾ ਕੇ ਬਚਾ ਤਾਂ ਫਲਾਣੇ ਕੋਲ ਕਈ ਵਾਰੀ ਉਹ ਵੀ ਕਹਿ ਦਿੰਦੇ ਕਿ ਸਾਡੇ ਵੱਸ ਦੀ ਗੱਲ ਨਹੀਂ। ਜੇ ਮਾਇਆ ਮੋਹ ਤੋਂ ਮੁਕਾਬਲਾ ਤੋਂ ਬੰਧਨਾਂ ਤੋਂ ਸਾਨੂੰ ਰੱਖਣਾ ਇਹਨਾਂ ਤੋਂ ਪਰਮਾਤਮਾ ਨਹੀਂ ਰੱਖਣਾ।
ਕੋਈ ਬੰਦਾ ਸਾਨੂੰ ਇਹ ਮੁਕਤੀ ਨਹੀਂ ਦਵਾ ਸਕਦਾ, ਕੋਈ ਬੰਦਾ ਸਾਨੂੰ ਬੰਧਨਾਂ ਤੋਂ ਮੁਕਤ ਨਹੀਂ ਕਰ ਸਕਦਾ ਹੈ ਜੀ। ਮਹਾ ਵਿਕਟ ਜਮ ਭਇਆ, ਕਹਿੰਦੇ ਮਹਾ ਦੁੱਖ ਜੀਵਨ ਚ ਆ ਗਿਆ ਤੇ ਜਮਾਂ ਦੇ ਵਸ ਪੈ ਗਿਆ ਮਨੁੱਖ। ਹੁਣ ਇੱਥੇ ਰੱਬ ਨੇ ਰੱਖਿਆ ਕਰਨੀ ਹੈ, ਕੋਈ ਮਨੁੱਖ ਨਹੀਂ ਸਾਨੂੰ ਜਮਾਂ ਤੋਂ ਬਚਾ ਸਕਦਾ। ਮਨੁੱਖ ਦੁਨਿਆਵੀ ਤੌਰ ਤੇ ਹੋ ਸਕਦਾ ਸਾਡੀ ਕੋਈ ਥੋੜ੍ਹੀ ਬਾਲੀ ਮਦਦ ਕਰੇ, ਪਰ ਜਦੋਂ ਅਸੀਂ ਰੱਬ ਦੇ ਘਰ ਜਾਣਾ ਨਾ ਉੱਥੇ ਸਾਡੀ ਪ੍ਰਮਾਤਮਾ ਨੇ ਹੀ ਮਦਦ ਕਰਨੀ ਹੈ। ਜੇ ਅਸੀਂ ਗੁਰੂ ਸਾਹਿਬ ਕੋਲ ਆਉਣਾ, ਅਸੀਂ ਬਹੁਤ ਵਾਰੀ ਬਚਨ ਪੜ੍ਹੇ, ਸਤਿਗੁਰਾਂ ਦੀ ਪਹੁੰਚ ਉੱਥੋਂ ਤੱਕ ਜਿੱਥੋਂ ਤੱਕ ਸਾਡੇ ਤੋਂ ਹਿਸਾਬ ਮੰਗਿਆ ਜਾਣਾ। ਜੇ ਗੁਰੂ ਸਾਹਿਬ ਦੇ ਚਰਨਾਂ ਦਾ ਆਸਰਾ ਲਾ ਕੇ ਤੇ ਉਹ ਸਾਡੀ ਉੱਥੇ ਰੱਖਿਆ ਕਰੇਗਾ। ਉਸ ਸਮੇਂ ਕੋਈ ਧੀ ਪੁੱਤ ਕੰਮ ਆਉਣ ਵਾਲਾ ਨਹੀਂ, ਕੋਈ ਮਾਂ ਪਿਓ ਨੇ ਮਦਦ ਨਹੀਂ ਕਰਨੀ ਹੈ, ਉੱਥੇ ਸਿਰਫ ਪ੍ਰਮਾਤਮਾ ਨੇ ਜਮਾਂ ਤੋਂ ਬਚਾਉਣਾ ਹੈ ਜੀ। ਨਾਨਕ ਨਾਮ ਨਾ ਵਿਸਰਾ, ਹਾਂ ਇਹ ਅਰਦਾਸ ਹੈ ਵੀ ਨਾਨਕ ਨਾਮ ਨਾ ਵਿਸਰੋ, ਵੀ ਨਾਮ ਨੂੰ ਕਿਤੇ ਨਾਮ ਸਾਰ ਦਿਆ। ਚਲੋ ਇਹਦਾ ਮਤਲਬ ਵੀ ਇਹ ਜਪਣ ਵਾਲੇ ਦੀ ਅਰਦਾਸ ਹੈ। ਇੱਕ ਤੇ ਅਰਦਾਸ ਹੁੰਦੀ ਵੀ ਮੈਂ ਹਜੇ ਜਪਣਾ ਸ਼ੁਰੂ ਨਹੀਂ ਕੀਤਾ, ਅਰਦਾਸ ਮਹਾਰਾਜ ਮੈਂ ਜਪਣ ਲੱਗ ਜਾ, ਮੇਰੀ ਅਰਦਾਸ ਸੁਣੋ। ਇੱਥੇ ਅਰਦਾਸ ਹੋ ਰਹੀ ਵੀ ਮੈਂ ਵਿਸਰਾ ਨਾ, ਇਹਦਾ ਮਤਲਬ ਉਹ ਜਪ ਰਿਹਾ ਜਿਹੜਾ ਅਰਦਾਸ ਕਰ ਰਿਹਾ। ਮਹਾਰਾਜ ਇਸ ਤਰ੍ਹਾਂ ਹੀ ਚੇਤੇ ਆਵੀਂ, ਕਦੇ ਭੁੱਲ ਨਾ ਜਾਵਾਂ ਤੈਨੂੰ, ਇਹਦਾ ਮਤਲਬ ਉਹ ਪਹਿਲਾਂ ਯਾਦ ਕਰਦਾ। ਅਸੀਂ ਜੇ ਬਾਣੀ ਪੜ੍ਹਦੇ ਨਾ ਸਾਨੂੰ ਅਰਦਾਸ ਕਰਨੀ ਚਾਹੀਦੀ, ਮਹਾਰਾਜ ਜਿਵੇਂ ਅੱਗੇ ਪੜ੍ਹਾ ਰਹੇ ਹੋ ਨਾ ਬਾਣੀ, ਅੱਗੇ ਇੰਨੇ ਸਹਿਜ ਪਾਠ ਕਰ ਲਏ ਤਾਂ ਆਉਣ ਵਾਲੇ ਸਮੇਂ 'ਚ ਵੀ ਕਿਰਪਾ ਕਰਿਓ। ਸਾਨੂੰ ਨਾ ਇੱਕ ਸਾਲ 'ਚ ਇੱਕ ਰਿਕਾਰਡ ਬਣਾ ਲੈਣਾ ਚਾਹੀਦਾ, ਆਪਣਾ ਰਿਕਾਰਡ ਆਪੇ ਹੀ ਬਣਾ ਲੈਣਾ ਚਾਹੀਦਾ। ਇਹ ਬਾਣੀ ਪੜ੍ਹਨਾ ਕੋਈ ਕਿਸੇ ਨਾਲ ਜਿੱਦ ਕਰਕੇ ਨਹੀਂ ਜਾਂ ਕੰਪੀਟੀਸ਼ਨ ਨਹੀਂ ਹੈ, ਸਾਨੂੰ ਕਿਤੇ ਨਾ ਕਿਤੇ ਆਪਣਾ ਬਣਾਇਆ ਰਿਕਾਰਡ ਵੀ ਤੋੜਨਾ ਚਾਹੀਦਾ। ਤੇ ਜਿਹੜਾ ਰਿਕਾਰਡ ਅਸੀਂ ਆਪਣਾ ਬਣਾਇਆ ਤੋੜੀਏ, ਉਹ ਅਵਸਥਾ ਬਣੀ ਰਵੇ, ਅਰਦਾਸ ਸਾਨੂੰ ਕਰਨੀ ਚਾਹੀਦੀ ਹੈ। ਇਸ ਸਾਲ ਮੈਂ ਅੱਗੇ ਇੱਕ ਸਹਿਜ ਪਾਠ ਕਰਦਾ ਸੀ, ਇਸ ਸਾਲ 3 ਸਹਿਜ ਪਾਠ ਕਰ ਲਏ ਨੇ, ਤੇ ਗੁਰੂ ਸਾਹਿਬ ਜੀ ਕਿਰਪਾ ਕਰਿਓ ਵੀ ਹੁਣ ਮੈਂ 3 ਹੀ ਸਹਿਜ ਪਾਠ ਕਰਾਂ ਆਉਣ ਵਾਲੇ ਸਮੇਂ 'ਚ, ਇੱਕ ਸਾਲ 'ਚ। ਫਿਰ ਕਿਤੇ ਬਖਸ਼ਿਸ਼ ਵਰਤੇ ਵੀ ਆਪਣਾ ਰਿਕਾਰਡ ਫਿਰ ਬੰਦਾ ਤੋੜੇ ਵੀ 4 ਸਹਿਜ ਪਾਠ ਸਾਲ 'ਚ ਹੋ ਜਾਣਾ। ਇਹ ਅਰਦਾਸ ਹੈ, ਜਪਣ ਵਾਲੀ ਦੀ ਅਰਦਾਸ ਹੈ, ਉਹਦੀ ਨਹੀਂ ਹੈ ਵੀ ਜਿਹਨੇ ਜਪਣਾ ਸ਼ੁਰੂ ਨਹੀਂ ਕੀਤਾ ਹੈ। ਮਹਾਰਾਜ ਅੱਗੇ ਤੇ ਸਵੇਰੇ ਉੱਠ ਕੇ ਇੰਨਾ ਕੁ ਟਾਈਮ ਨਹੀਂ ਜਪਦਾ, ਹੁਣ ਸਾਰਾ ਦਿਨ ਜਪਣਾ ਹੀ ਤੁਸੀਂ ਬਖਸ਼ਿਸ਼ ਕਰਿਓ। ਨਾਨਕ ਨਾਮ ਨਾ ਵਿਸਰੋ, ਮਹਾਰਾਜ ਕਹਿੰਦੇ ਕਿਤੇ ਨਾਮ ਨੂੰ ਵਿਸਾਰ ਨਾ ਦੇਵਾ, ਭੁੱਲ ਨਾ ਜਾਵਾ ਜੀ। ਤਾਰੇ ਆਪਣੀ ਹਰ ਪਿਆ, ਹਰ ਜੀ ਆਪਣੀ ਮਿਹਰ ਕਰ ਦਿਓ, ਮੈਂ ਸਦਾ ਹੀ ਜਪਦਾ ਰਹਾਂ, ਸਦਾ ਸਿਮਰਦਾ ਰਹਾਂ। ਸ੍ਰੀ ਰਾਗ ਮਹਲਾ ਪੰਜਵਾਂ। ਮੇਰਾ ਤਨ ਅਰ ਧਨ, ਮੇਰਾ ਰਾਜ ਰੂਪ ਮੈਂ ਦੇਸ। ਮਨੁੱਖ ਪਤਾ ਕੀ ਮੈਂ ਮੇਰੀ 'ਚ ਲੱਗਾ ਹੈ। ਸਤਿਗੁਰੂ ਕਹਿੰਦੇ ਮਨੁੱਖ ਪਤਾ ਕੀ ਕਰਦਾ, ਕਹਿੰਦਾ ਮੇਰਾ ਤਨ, ਕਈਆਂ ਨੂੰ ਤਨ ਦਾ ਹੰਕਾਰ ਹੈ ਜੀ, ਬਹੁਤੇ ਕਿਸੇ ਦੀ ਹੋ ਸਕਦਾ ਕਾਇਆ ਤੰਦਰੁਸਤ ਹੋਵੇ ਤੇ ਉਹਨੂੰ ਇਸ ਗੱਲ ਦਾ ਵੀ ਹੰਕਾਰ ਹੋਵੇ ਮੈਂ ਤੰਦਰੁਸਤ ਹੈ, ਜਾਂ ਕਿਸੇ ਕੋਲ ਬੋਡੀ ਦੀ ਤਾਕਤ ਜ਼ਿਆਦਾ ਹੁੰਦੀ, ਇੱਕ ਬੰਦਾ 2 4 5 ਬੰਦਿਆਂ ਤੋਂ ਭਾਰੂ ਪਏ, ਉਹਨੂੰ ਵੀ ਤਾਕਤ ਹੈ। ਜਿਹਦਾ ਕੋਈ ਸਰੀਰ ਚੰਗਾ ਨਾ, ਉਹ ਪ੍ਰਦਰਸ਼ਨ ਹੀ ਕਰਨਾ ਆਪਣੇ ਸਰੀਰ ਦੀ। ਬੱਚੇ ਕੋਲ ਜਾਂਦੇ ਨੇ ਕੋਈ ਫਿਰ ਕੱਪੜੇ ਘੱਟ ਪਾਉਂਦੇ ਨੇ ਆਪਣੇ ਸਰੀਰ ਦੇ ਉੱਪਰ, ਜਿਮ ਕਰਨ ਵਾਲੇ ਬੱਚੇ ਜਾਂ ਜਾਂਦੇ ਉਹ ਪ੍ਰਦਰਸ਼ਨ ਹੀ ਕਰਦੇ। ਮਹਾਰਾਜ ਕਹਿੰਦੇ ਸਾਨੂੰ ਤਨ ਦਾ ਵੀ ਹੰਕਾਰ ਹੈ, ਮੇਰੇ ਕੋਲ ਸਰੀਰ ਦੀ ਤਾਕਤ ਹੈ। ਤੇ ਅਸੀਂ ਕਹਿੰਦੇ ਤਨ ਮੇਰਾ, ਅਗਲੇ ਬਚਨ ਕਹੇ ਅਰ ਧਨ ਮੇਰਾ, ਕਹਿੰਦੇ ਜਿਹਦੇ ਕੋਲ 4 ਰੁਪਈਏ ਉਹ ਕਹਿੰਦੇ ਇਹ ਵੀ ਮੇਰਾ ਹੀ ਹੈ। ਮਹਾਰਾਜ ਨੇ ਇਸੇ ਕਰਕੇ ਤੇ ਕਿਹਾ ਸੀ ਮੇਰੀ ਮੇਰੀ ਕਰਤੇ ਜਨਮ ਗਇਓ, ਆ ਵੀ ਮੇਰਾ, ਆ ਵੀ ਮੇਰਾ, ਆ ਵੀ ਮੇਰਾ, ਆ ਵੀ ਮੇਰਾ। ਮਹਾਰਾਜ ਕਹਿੰਦੇ ਬੰਦਿਆਂ ਮੇਰਾ ਮੇਰਾ ਕਰਦੇ ਹੀ ਸਾਰਾ ਜਨਮ ਤੂੰ ਆਪਣਾ ਬਤੀਤ ਕਰ ਜਾਂਦਾ। ਮੇਰੀ ਮੇਰੀ ਕਰਤੇ ਜਨਮ ਗਇਓ, ਸਾਇਰ ਸ਼ੋਕ ਭੁਜੰਗ ਬੜਿਓ। ਮੇਰੇ ਖੀਰ ਨੂੰ ਬਾਹਾਂ ਦੀ ਤਾਕਤ ਖਤਮ ਹੋ ਜਾਂਦੀ। ਅੱਜ ਸਰੀਰ ਤੰਦਰੁਸਤ ਹੈ, ਅੱਜ ਬੰਦਾ ਪ੍ਰਦਰਸ਼ਨ ਹੀ ਕਰਦਾ, ਕੱਲ੍ਹ ਨੂੰ ਬੁਢੇਪਾ ਆ ਗਿਆ, ਅੱਜ ਫਰੀਦੇ ਜਿਹੜਾ ਸਹਿ ਕੋਹਾਂ ਥਿਓਮ, ਜਾਂ ਕੱਲ੍ਹ ਨੂੰ ਬਿਮਾਰੀ ਆ ਗਈ, ਫਿਰ ਕੋਈ ਤਨ ਕਮਜ਼ੋਰ ਹੋ ਜਾਂਦਾ। ਮਹਾਤਮਾ ਬੁੱਧ ਜੁੜਿਆ ਹੀ ਰੱਬ ਬੰਦਗੀ ਉਹਨੇ ਇਸ ਇਹ ਵੇਖ ਕੇ ਕੀਤੀ ਸੀ। ਉਹ ਘਰੋਂ ਬਾਹਰ ਨਿਕਲਿਆ, ਇੱਕ ਬੰਦਾ ਬਜ਼ੁਰਗ ਸੀ ਤੇ ਆਪਣੇ ਵਜ਼ੀਰ ਨੂੰ ਪੁੱਛਦਾ ਹੈ, ਮਹਾਤਮਾ ਬੁੱਧ ਰਾਜੇ ਦਾ ਪੁੱਤਰ ਸੀ, ਕਹਿੰਦਾ ਵੀ ਇਹ ਬੰਦਾ ਕਹਿੰਦਾ ਜੀ ਇਹ ਸਾਰਿਆਂ ਨੇ ਬਜ਼ੁਰਗ ਹੋਣਾ, ਜਦੋਂ 70 ਕੁ ਸਾਲ ਦੇ ਚਲੇ ਜਾਣਗੇ ਨਾ
ਕਿਉਂਕਿ ਇਸ ਗੱਲ ਦਾ ਦੁੱਖ ਲੱਗਾ ਵੀ ਅੱਜ ਮੈਂ ਜਵਾਨ ਹੈ, ਅੱਜ ਹੰਕਾਰ ਕਰਦਾ, ਕੱਲ੍ਹ ਨੂੰ ਇਹੋ ਜਿਹਾ ਹੋ ਜਾਣਾ, ਕੁੱਬ ਪੈ ਜਾਣਾ ਰੀੜ ਦੀ ਹੱਡੀ 'ਚ। ਇਹ ਹੰਕਾਰ ਕਾਹਦਾ ਤਨ ਦਾ? ਉਹਨੂੰ ਕਿਸੇ ਨੂੰ ਵੇਖ ਕੇ ਤਨ ਦਾ ਹੰਕਾਰ ਦੂਰ ਹੋ ਗਿਆ। ਫਿਰ ਅਗਲੇ ਦਿਨ ਨਿਕਲੇ ਇੱਕ ਤੰਦਰੁਸਤ ਭਰ ਜਵਾਨੀ 'ਚ ਬੰਦਾ, 2 ਬੰਦਿਆਂ ਦਾ ਆਸਰਾ ਲੈ ਕੇ ਖੜਾ। ਬਿਮਾਰ ਸੀ, ਵੈਸੇ ਤੰਦਰੁਸਤ ਨਹੀਂ। 2 ਬੰਦਿਆਂ ਨੇ ਮੋਢਿਆਂ ਤੋਂ ਫੜਿਆ। ਆਪਣੇ ਵਜ਼ੀਰ ਨੂੰ ਪੁੱਛਦਾ, ਮਹਾਤਮਾ ਬੁੱਧ ਕਹਿੰਦਾ ਵੀ ਇਹ ਤੇ ਅਜੇ ਬੁੱਢਾ ਨਹੀਂ ਹੈ, ਇਹਨੂੰ ਕਿਉਂ ਬੰਦੇ ਪਕੜ ਕੇ ਖੜੇ? ਕਹਿੰਦੇ ਜੀ ਇਹ ਬਿਮਾਰ ਹੈ, ਜ਼ਰੂਰੀ ਨਹੀਂ ਅਸੀਂ ਬੁੱਢੇ ਹੋਣਾ ਹੈ, ਕਈ ਵਾਰੀ ਬਿਮਾਰੀ ਇਹੋ ਜਿਹੀ ਬੰਦੇ ਦੀ ਹਾਲਤ ਬਣਾ ਦਿੰਦੀ ਵੀ। ਹੁਣ ਉਹ ਬੜਾ ਦੁੱਖ ਲੱਗਾ ਵੀ ਮੈਂ ਤੇ ਕਹਿੰਦਾ ਸੀ ਕਿ ਬੁੱਢਾ ਹੋ ਕੇ ਰੀੜ ਦੀ ਹੱਡੀ 'ਚ ਕੁੱਬ ਪੈਣਾ ਹੈ, ਤੇ ਭਰ ਜਵਾਨੀ 'ਚ ਵੀ ਐਸਾ ਹੋ ਸਕਦਾ ਜੇ ਬਿਮਾਰੀ ਆ ਜਾਵੇ। ਫਿਰ ਅਰਥੀ ਵੇਖ ਕੇ ਕਿਸੇ ਦੀ ਜਾਤੀ ਕਹਿੰਦਾ ਜੀ ਇਹ ਕਹਿੰਦੇ ਸਾਰਿਆਂ ਨਾਲ ਹੋਣਾ, ਇੱਕ ਦਿਨ ਜਾਣਾ ਹੈ। ਤੇ ਮਹਾਤਮਾ ਬੁੱਧ ਆਪਣਾ ਰਾਜ ਛੱਡ ਕੇ ਬੰਦਗੀ ਕਰਨ ਵਾਸਤੇ ਚਲੇ ਗਏ। ਕਹਿੰਦੇ ਜਦੋਂ ਸਰੀਰ ਰਹਿਣਾ ਹੀ ਨਹੀਂ, ਆਹ ਕੁਝ ਹੁੰਦਾ ਨਾ, ਮੇਰਾ ਤਨ ਨਾ ਧਨ ਨਾ ਦੇਸ਼, ਤੇ ਫਿਰ ਉਹਨਾਂ ਬੰਦਗੀ ਕੀਤੀ। ਫਿਰ ਉਹ ਬੜੀ ਉੱਚੀ ਸੁਰਤ ਨਾਲ ਵਿਚਰੇ ਸੰਸਾਰ 'ਚ। ਮਹਾਰਾਜ ਕਹਿੰਦੇ ਬੰਦਾ ਕਹਿੰਦਾ ਮੇਰਾ ਤਨ ਅਰ ਧਨ ਮੇਰਾ ਰਾਜ, ਕਹਿੰਦੇ ਅੱਜ ਇਹ ਰਾਜ ਮੇਰਾ ਹੈ ਜਿਹਦੇ ਕੋਲ ਹੈਗਾ। ਉਹ ਇਹੀ ਗੱਲ ਕਹਿੰਦਾ, ਰੂਪ ਸੁੰਦਰਤਾ ਮੇਰੇ ਕੋਲ ਬੜੀ ਸੁੰਦਰਤਾ ਹੈ, ਮੈਂ ਦੇਸ਼ ਆ ਮੇਰਾ ਦੇਸ਼ ਹੈ। ਸਾਰੇ ਮਨੁੱਖ ਇਸ ਗੱਲਾਂ 'ਚ ਹੀ ਪਏ ਹੋਏ ਨੇ। ਮੈਂ ਇਸ ਪਦਵੀ 'ਤੇ ਬੈਠਾ ਜੀ, ਇਹ ਮੇਰਾ ਘਰ ਹੈ, ਇਹ ਮੇਰਾ ਦੇਸ਼ ਹੈ, ਮੇਰਾ ਧਨ ਹੈ, ਮੇਰਾ ਤਨ ਹੈ। ਮਹਾਰਾਜ ਕਹਿੰਦੇ ਮਨੁੱਖ ਮੈਂ ਤੇਰੀ 'ਚ ਫਸਿਆ ਹੋਇਆ ਹੈ। ਫਿਰ ਇਹ ਨਹੀਂ ਕਹਿੰਦਾ ਇਹ ਮੇਰੇ ਪੁੱਤਰ ਨੇ। ਪੁੱਤਰਾਂ ਦੀ ਤਾਕਤ ਤੇ ਵੀ ਕਈ ਵਾਰੀ ਬਾਪੂ ਨੂੰ ਹੰਕਾਰ ਹੁੰਦਾ ਹੈ। ਮੇਰਾ ਪੁੱਤ ਤੇ ਥਾਣੇਦਾਰ ਲੱਗਾ ਹੈ, ਮੇਰਾ ਪੁੱਤ ਤੇ CM ਬਣ ਗਿਆ, ਮੇਰਾ ਪੁੱਤ ਤੇ PM। ਮਾਂ ਪਿਓ ਨੂੰ ਇਸ ਗੱਲ ਦਾ ਵੀ ਹੰਕਾਰ ਹੋ ਜਾਂਦਾ, ਮੇਰਾ ਪੁੱਤ ਬੜੀ ਵੱਡੀ, ਉਹ ਦੂਜਿਆਂ ਦੀ ਪਰਵਾਹ ਕਰਨੀ ਛੱਡ ਜਾਂਦਾ ਹੈ। ਐਸਾ ਵੀ ਕੁਝ ਹੁੰਦਾ ਹੈ ਨਾ, ਜਾਂ ਕਿਸੇ ਦਾ ਪੁੱਤ ਪਦਵੀ ਤੇ ਆ ਜਾਏ, ਬਾਪੂ ਨੂੰ ਹੰਕਾਰ ਹੈ। ਕਿਸੇ ਦਾ ਬਾਪੂ ਪਦਵੀ ਤੇ ਬੈਠਾ ਹੋਵੇ, ਪੁੱਤਰਾਂ ਨੂੰ ਵੀ ਹੰਕਾਰ ਹੁੰਦਾ, ਮੈਂ ਫਲਾਣੇ ਮੰਤਰੀ ਦਾ ਬੇਟਾ ਹੈ, ਮੈਂ ਤੇ ਫਲਾਣੇ ਦੇ ਨਾਲ ਮੇਰੀ ਸੰਬੰਧ ਨੇ, ਮੈਂ ਤੇ ਫਲਾਣੇ ਦਾ ਮਿੱਤਰ ਹੈ। ਸੁੱਤ ਦਾਰਾ ਘਰ ਵਾਲੀ ਨੂੰ ਕਹਿੰਦੇ ਆ। ਚਲੋ ਕਈ ਵਾਰੀ ਬੰਦਾ ਘਰ ਵਾਲੀ ਦੇ ਪੇਕਿਆਂ ਤੇ ਵੀ ਮਾਣ ਕਰਦਾ ਹੈ। ਮਹਾਰਾਜ ਨੇ ਕਿਹਾ ਗੁਰੂ ਗ੍ਰੰਥ ਸਾਹਿਬ 'ਚ, ਕਿਸ ਹੀ ਧੜਾ ਕੀਆ ਕੁੜਮ ਸਕੇ ਨਾਲ ਜਵਾਈ। ਕੱਲ੍ਹ ਵੀ ਦਾਸ ਨੇ ਪੰਕਤੀ ਪੜ੍ਹੀ। ਉਹ ਕਹਿੰਦਾ ਵੀ ਮੇਰੇ ਘਰ ਵਾਲੀ ਹੈ, ਉਸ ਪਰਿਵਾਰ ਦੀ ਵੀ ਬੜੀ ਪਹੁੰਚ ਹੈ, ਮੇਰੇ ਕੋਲ ਮੇਰੇ ਪੁੱਤਰਾਂ ਦੀ ਤਾਕਤ ਹੈ, ਬਣਤਾ ਘਰ ਵਾਲੀ, ਰਿਸ਼ਤੇਦਾਰ ਅਨੇਕਾਂ ਦੇ ਮਨੁੱਖ ਐਵੇਂ ਝੂਠਾ ਜਿਹਾ ਮਾਣ ਕਰਦਾ ਹੈ ਜੀ। ਕਹਿੰਦੇ ਬਹੁਤ ਰੰਗ ਆਦਿ ਵੇਸ ਕੱਪੜੇ, ਬਹੁਤ ਤਰ੍ਹਾਂ ਦੇ ਮਹਿੰਗੇ ਕੱਪੜੇ ਪਾਉਂਦਾ, ਮੈਂ ਮਹਿੰਗੇ ਕੱਪੜੇ ਪਾਉਣਾ। ਹਰੇਕ ਬੰਦਾ ਪ੍ਰਦਰਸ਼ਨੀ ਕਰ ਰਿਹਾ। ਜਿੰਨੇ ਮਹਿੰਗੇ ਹੁਣ ਬੰਦਾ ਕੱਪੜੇ ਪਾਉਂਦਾ ਉਨੀ ਉਹਦੀ ਹੈਸੀਅਤ ਨਹੀਂ ਹੁੰਦੀ ਹੈ, ਵਿਖਾਉਣਾ ਚਾਹੁੰਦਾ ਹੈ। ਆਪਣੀ ਹੈਸੀਅਤ ਤੋਂ ਵੱਧ ਅਸੀਂ ਕੰਮ ਕਰਨਾ। ਮਕਾਨ ਪਾਉਣਾ ਲੋਕਾਂ ਨੂੰ ਵਿਖਾਉਣ ਵਾਸਤੇ, ਗੱਡੀ ਲੈਣੀ ਹੈ ਸਰ ਛੋਟੀ ਨਾਲ ਸਕਦਾ ਲੋਕਾਂ ਨੂੰ ਵਿਖਾਵੇ ਵਾਸਤੇ, ਕੱਪੜੇ ਪਾਉਣੇ ਆ ਚੰਗੇ ਥਾਂ ਤੋਂ, ਫਿਰ ਦੱਸਦੇ ਇੱਥੋਂ ਸਿਲਾਈ ਜੀ, ਇੱਥੋਂ ਲਿਆਂਦੇ ਸੀ। ਪਰ ਕਹਿੰਦੇ ਮਨੁੱਖ ਇਸ ਗੱਲਾਂ 'ਚ ਫਸਿਆ ਹੈ। ਮੇਰਾ ਵੇਸ ਮੈਂ ਕਿਹੋ ਜਿਹਾ ਲੱਗਦਾ ਹੈ? ਬੱਚੇ 3 ਸ਼ੀਸ਼ੇ ਲਾਈ ਬੈਠੇ ਨੇ, ਸਾਈਡ ਤੋਂ ਵੀ ਦਸਤਾਰ ਦੇਦੇ ਨੇ, ਪਿੱਛੋਂ ਵੀ ਵੇਖਦੇ ਨੇ, ਅੱਗੋਂ ਵੀ ਵੇਖਦੇ ਨੇ। ਕੱਪੜੇ ਪਾ ਕੇ ਬੰਦਾ ਗੇੜੇ ਕੱਢਦਾ, ਘੁੰਮਦਾ ਸ਼ੀਸ਼ੇ ਦੇ ਕੇ, ਵੀ ਸੋਹਣਾ ਲੱਗਦਾ ਹੈ। ਮਨੁੱਖ ਇਸ ਗੱਲ 'ਚ ਫਸਿਆ ਹੋਇਆ। ਮਹਾਰਾਜ ਅੱਗੇ ਜਾ ਕੇ ਸਿੱਖਿਆ ਕੀ ਦਿੰਦੇ ਨੇ? ਉਹ ਬੰਦਿਆ ਕਰ ਕੀ ਰਿਹਾ ਤੂੰ? ਕਰਨ ਵਾਸਤੇ ਕੀ ਆਇਆ? ਮੇਰੀ 'ਚ ਲੱਗਾ, ਤੇਰਾ ਹੈ ਕੀ ਅਸਲ ਦੇ ਅੰਦਰ ਇੱਥੇ? ਹੁਣ ਮੰਨ ਲਓ ਬੰਦੇ ਦੀ ਕੋਈ ਚੀਜ਼ ਨਹੀਂ ਹੈ ਤੇ ਉਹਦੇ ਤੇ ਐਵੇਂ ਆਕੜਿਆ ਹੰਕਾਰ ਕਰਦਾ ਫਿਰੇ, ਤੇ ਸਿਆਣਾ ਬੰਦਾ ਕੋਲ ਕਹੇਗਾ ਵੀ ਮੂਰਖ ਹੈ, ਜਿਹੜੀ ਚੀਜ਼ ਇਹਦੀ ਹੈ ਹੀ ਨਹੀਂ, ਉਹਦਾ ਹੀ ਹੰਕਾਰ ਕਰੀ ਬੈਠਾ ਹੈ। ਸਾਡਾ ਇੱਥੇ ਕੁਝ ਵੀ ਨਹੀਂ ਜਿਹਦਾ ਹੰਕਾਰ ਕਰੀ ਬੈਠੇ ਆ। ਮਹਾਰਾਜ ਕਹਿੰਦੇ ਐਸੇ ਚੀਜ਼ 'ਚ ਬੰਦਾ ਆਪਣਾ ਸਮਾਂ ਬਰਬਾਦ ਕਰ ਲਿਆ ਹੈ। ਨਾਮ ਹਿਰਦੇ 'ਚ ਨਹੀਂ ਵਸਾਉਂਦਾ, ਇਹਦੇ ਨਾਮ ਹਿਰਦੇ 'ਚ ਨਹੀਂ ਵਸਿਆ ਹੈ। ਜਿੰਨਾ ਮਰਜ਼ੀ ਧਨ ਇਕੱਠਾ ਕਰ ਲਾ, ਜੋ ਮਰਜ਼ੀ ਕਰ ਲੈ, ਕਾਰਜ ਕਿਤੇ ਨਾ ਲੇਖ, ਕਿਸੇ ਲੇਖੇ 'ਚ ਨਹੀਂ ਹੈ। ਅਵਰ ਕਾਜ ਤੇਰੇ ਕਿਤੇ ਨਾ ਕਾਮ। ਰੋਜ਼ ਪੰਕਤੀਆਂ ਹੀ ਨਿਤਨੇਮ 'ਚ ਪੜ੍ਹਦੇ ਆ। ਮਿਲ ਸਾਧ ਸੰਗਤ ਭਜ ਕੇਵਲ ਨਾਮ। ਜਿੰਨਾ ਮਰਜ਼ੀ ਧਨ ਇਕੱਠਾ ਕਰ ਲਾ, ਜੋ ਮਰਜ਼ੀ ਪਦਵੀਆਂ ਤੇ ਬੈਠ ਜਾ, ਤੇ ਤੇਰੇ ਜੀਵਨ 'ਚ ਨਾਮ ਨਹੀਂ। ਇਹ ਤੇਰੀ ਮਾਇਆ ਕਿਸੇ ਕੰਮ ਦੀ ਨਹੀਂ ਹੈ। ਘਰ ਬਾਰ ਮਹਿਲ ਮਾੜੀਆਂ ਕਿਸੇ ਕੰਮ ਦੀਆਂ ਨਹੀਂ ਹਨ। ਹਾਂ, ਮੇਰੇ ਮਨ ਹਰ ਨਾਮ ਧਿਆਇਆ ਕਰ। ਛੱਡ ਦੇ ਹੰਕਾਰ ਮਾਣ, ਮੈਂ ਮੇਰੀ ਦਾ। ਰੱਬ ਨੂੰ ਜਪਿਆ ਕਰ, ਤੇ
ਉਹ ਭਾਈ ਸੰਗਤ ਕਰਿਆ ਕਰ, ਸਾਧ ਦਰਦ ਤੇ ਗੁਰੂ ਹੈ, ਗੁਰੂ ਦੀ ਸੰਗਤ ਕਰਿਆ ਕਰ। ਸਿਆਣਾ ਬੰਦਾ ਇਹੀ ਸਿੱਖਿਆ ਦੇਗਾ, ਛੱਡੋ ਹੀ ਮੈਂ ਮੇਰੀ, ਗੁਰਦੁਆਰੇ ਜਾ ਕੇ ਮੱਥਾ ਟੇਕਿਆ ਕਰ, ਬੈਠਿਆ ਕਰ 10 ਮਿੰਟ ਗੁਰੂ ਕੋਲ। ਜਿਹੜਾ ਹੰਕਾਰ ਚੁੱਕੀ ਫਿਰਦਾ ਨਾ, ਕੱਢ ਦੇਗਾ ਗੁਰੂ ਸਾਹਿਬ ਅੰਦਰੋਂ। ਜਦੋਂ ਸਮਝ ਆ ਕੇ ਮੇਰਾ ਕੁਝ ਨਹੀਂ, ਫਿਰ ਹੰਕਾਰ ਕਾਹਦਾ ਰਹੇਗਾ ਜੀ। ਇੱਕ ਛਿਣ 'ਚ ਕਿਸੇ ਕੰਗਾਲ ਨੂੰ ਰਾਜਾ ਬਣਾ ਦਿੰਦਾ, ਇੱਕ ਛਿਣ 'ਚ ਕਿਸੇ ਰਾਜੇ ਨੂੰ ਕੰਗਾਲ ਵੀ ਬਣਾ ਦਿੰਦਾ। ਤੇ ਜਦੋਂ ਆਹ ਗੱਲਾਂ ਸਮਝ ਆ ਗਈਆਂ ਫਿਰ ਹੰਕਾਰ ਨੇ, ਫਿਰ ਤਾਂ ਉਹਦਾ ਸ਼ੁਕਰਾਨਾ ਹੀ ਨਿਕਲੇਗਾ, ਮਹਾਰਾਜ ਬਹੁਤ ਕੋਈ ਤੁਸੀਂ ਕੁਝ ਦਿੱਤਾ, ਉਹਦਾ ਸ਼ੁਕਰੀਆ, ਉਹਦਾ ਸ਼ੁਕਰਾਨਾ ਹੈ। ਮਹਾਰਾਜ ਕਹਿੰਦੇ ਭਾਈ ਉਹਦੇ ਗੁਣ ਗਾਇਆ ਕਰ, ਸੰਗਤ 'ਚ ਬੈਠ ਕੇ ਗੁਰੂ ਗੁਰੂ ਕਰਿਆ ਕਰ। ਜਾ ਜਾ ਕੇ ਗੁਰੂ ਚਰਨਾਂ 'ਚ ਆਪਣਾ ਚਿੱਤ ਜੋੜ ਦੇਣਾ ਕਰ, ਐਵੇਂ ਮੈਂ ਮੇਰੀ 'ਚ ਨਾ ਫਾਸ। ਸ਼ਰਾਬ ਦੇ ਕੇ ਮਹਾਰਾਜ ਕਹਿੰਦੇ ਹਨ, ਨਾਮ ਦੇ ਖਜ਼ਾਨੇ ਨੂੰ ਧਿਆਇਆ ਕਰ, ਜਪਿਆ ਕਰ, ਨਾਮ ਦਾ ਖਜ਼ਾਨਾ ਇਕੱਠਾ ਕਰ। ਨਾਮ ਧਨ ਉਹ ਇਕੱਠਾ ਕਰੇਗਾ ਜਿਹਦੇ ਮੱਥੇ ਤੇ ਭਾਗ ਚੰਗੇ ਹੈ। ਹੁਣ ਦੁਨਿਆਵੀ ਤੌਰ ਤੇ ਵੀ ਕਰਮਾਂ ਵਾਲਿਆਂ ਨੂੰ ਧਨ ਮਿਲਦਾ ਹੈ। ਕਿਸੇ ਬੱਚੇ ਦਾ ਜਨਮ ਕਿਸੇ ਰਾਜੇ ਦੇ ਘਰੇ ਹੋ ਗਿਆ, ਉਹ ਕਰਮ ਕੀ ਸਨ ਉਹਦੇ, ਉਹ ਜਨਮ ਲੈਂਦੇ ਹੀ ਰਾਜਾ ਹੈ। ਤੇ ਕਿਸੇ ਦਾ ਕੰਗਾਲ ਦੇ ਘਰੇ ਉਹਦੇ ਉਹੋ ਦੇ ਕਰਮ ਸਾਨੂੰ ਰੋਟੀ ਲਈ ਸਾਰੀ ਜ਼ਿੰਦਗੀ ਭੱਜ ਦੌੜ ਕਰਨੀ ਪੈਂਦੀ ਹੈ। ਮਹਾਰਾਜ ਕਹਿੰਦੇ ਨਾਮ ਧਨ ਤੇ ਮੱਥੇ ਤੇ ਭਾਗ ਜਿਹਦੇ ਚੰਗੇ ਉਹਨੂੰ ਹੀ ਕਤਲ ਕਰਦਾ ਹੈ ਜੀ। ਬੰਦਿਆ ਮੱਥੇ ਤੇ ਭਾਗ ਚੰਗੇ ਹੁਣ ਨਾਮ ਦਾ ਖਜ਼ਾਨਾ ਪ੍ਰਾਪਤ ਹੁੰਦਾ, ਤੇ ਕਾਰਜ ਵੀ ਸਾਰੇ ਸਵਾਰੇ ਜਾਂਦੇ, ਨਾਮ ਨਾਲ ਜੁੜ ਕੇ, ਗੁਰੂ ਨਾਲ ਜੁੜ ਕੇ। ਗੁਰੂ ਦੇ ਚਰਨਾਂ ਨਾਲ ਲੱਗ ਜਾ। ਚਰਨਾਂ ਨਾਲ ਲੱਗਣਾ ਕੀ ਹੈ? ਮੱਥਾ ਟੇਕ ਜਾਣਾ, ਵੀ ਕਹਿਣਾ ਗੁਰੂ ਚਰਨਾਂ ਨਾਲ ਤਾਂ ਜੁੜਿਆ। ਗੁਰੂ ਦੀ ਸਿੱਖਿਆ ਤੇ ਚੱਲਣਾ, ਗੁਰੂ ਚਰਨਾਂ ਨਾਲ ਲੱਗਣਾ ਹੈ। ਗੁਰੂ ਦਾ ਹੁਕਮ ਮੰਨਣਾ, ਗੁਰੂ ਚਰਨਾਂ ਨਾਲ ਲੱਗਣਾ ਹੈ। ਰੋਜ਼ ਅਸੀਂ ਬਚਨ ਪੜ੍ਹਦੇ ਹਾਂ ਸ਼ਾਮ ਦੇ ਟਾਈਮ, ਗੁਰ ਕੀ ਪੈਰੀ ਪਾਏ ਕਾਜ ਸਵਾਰਿਆ ਨਾ। ਜਿਹੜੇ ਗੁਰੂ ਦੇ ਚਰਨਾਂ ਨਾਲ ਜੁੜ ਕੇ ਕਾਜ ਸਵਾਰ ਲੈਂਦੇ। ਇੱਥੇ ਵੀ ਮਹਾਰਾਜ ਇਹੀ ਕਹਿੰਦੇ, ਕਾਰਜ ਸਭ ਸਵਾਰੀਆਂ ਹੈ ਗੁਰ ਕੀ ਚਰਨੀ ਲਾਗ। ਉਹਨੇ ਲਿਖ ਕੇ ਦਿੱਤਾ ਮਹਾਰਾਜ ਨੇ, ਗੁਰੂ ਚਰਨਾਂ ਨਾਲ ਜੁੜ ਜਾ, ਤੇਰੇ ਸਾਰੇ ਕਾਜ ਸਵਾਰ ਦੇਗਾ ਗੁਰੂ। ਜੋ ਜਨ ਤੁਮਰੀ ਭਗਤ ਕਰੰਤੇ ਤਿੰਨ ਕੇ ਕਾਜ ਸਵਾਰਤਾ, ਹਰ ਹਰ ਚਰਨ ਹਿਰਦੈ ਉਰ ਧਾਰੇ। ਸਿਮਰ ਸੁਆਮੀ ਸਤਿਗੁਰ ਆਪਣਾ, ਕਾਰਜ ਸਫਲ ਹਮਾਰੇ। ਉਹ ਕਾਰਜ ਸਾਡਾ ਕਾਰਜ ਰਹਿੰਦਾ ਹੀ ਨਹੀਂ ਜੇ ਅਸੀਂ ਜੁੜ ਜਾਂਦੇ ਹਾਂ। ਉਹ ਕਾਰਜ ਜਿਸ ਕਾ ਕਾਰਜ ਤਿੰਨ ਹੀ ਕੀਆ ਮਾਨਸ ਕਿਆ ਵਿਚਾਰਾ ਦਾ। ਮੰਨ ਲਓ ਸਾਡਾ ਬੱਚਾ ਹੈ, ਅਸੀਂ ਗੁਰੂ ਨਾਲ ਜੁੜੇ, ਸਮਰਪਿਤ ਹੈ ਗੁਰੂ ਸਾਹਿਬ ਨੂੰ, ਜਾਂਦੇ ਨਹੀਂ ਛੱਡ ਕੇ ਕਿਤੇ। ਸਾਡਾ ਬੱਚਾ ਹੁਣ ਕਿਹਦਾ ਬੱਚਾ ਹੈ? ਬੰਦਾ ਸਿੰਘ ਬਹਾਦਰ ਨੇ ਕਿਹਾ ਸੀ, ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪੁੱਤਰ ਹੈ। ਮੇਰਾ ਪੁੱਤਰ ਜੈ ਸਿੰਘ ਆਪਣੇ ਪੁੱਤਰ ਨੂੰ ਕਹੇ, ਤੂੰ ਪੋਤਰਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦਾ। ਤੇ ਜੇ ਅਸੀਂ ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੁੱਤੇ ਤੇ ਸਾਡਾ ਪੁੱਤਰ ਕੀ ਹੈ? ਗੁਰੂ ਗੋਬਿੰਦ ਸਿੰਘ ਦਾ ਪੋਤਰਾ। ਤੇ ਜਦੋਂ ਗੁਰੂ ਸਾਹਿਬ ਦਾ ਪੋਤਰਾ ਬਣ ਗਿਆ, ਫਿਰ ਕਾਰਜ ਕਿਹਦਾ ਬਣ ਗਿਆ? ਕਾਰਜ ਵੀ ਗੁਰੂ ਦਾ ਬਣ ਗਿਆ। ਅਸੀਂ ਹੋ ਹੀ ਗੁਰੂ ਦੇ ਗਏ, ਤੇ ਫਿਰ ਕਾਰਜ 'ਚ ਦੱਸੋ ਵਿਗੜ ਪਏਗਾ? ਨਹੀਂ ਪਏਗਾ। ਜਦੋਂ ਉਹਦੇ ਬਣ ਗਏ, ਫਿਰ ਤੇ ਕਾਰਜ 'ਚ ਵਿਗੜ ਆਉਣ ਲਈ ਕੋਈ ਮਤਲਬ ਹੀ ਨਹੀਂ ਹੈ। ਥਿਰ ਘਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ। ਕਿਤੇ ਫਿਰ ਘਰ 'ਚ ਬੈਠੀਏ ਤੇ ਸਹੀ, ਇੱਥੇ ਹੀ ਬੈਠੀ ਆ ਵੀ ਫਿਰ ਘਰ ਹੀ ਜਿੱਥੇ ਬੈਠੇ ਹੋ। ਫਿਰ ਸਤਿਗੁਰ ਤੁਮਰੇ ਕਾਜ ਸਵਾਰੇ। ਸਤਿਗੁਰੂ ਫਿਰ ਸਾਰੇ ਕਾਜ ਸਵਾਰ ਦਿੰਦੇ। ਬੜੇ ਔਖੇ ਸੰਗਤ ਮਿਲਦੀ ਰਹਿੰਦੀ ਹੈ, ਕਹਿੰਦੇ ਭੱਜ ਦੌੜ ਕੇ ਬੜਾ ਵੇਖ ਲਿਆ, ਜਿਹੜਾ ਕਾਰਜ ਅਰਦਾਸ ਨੇ ਕੀਤਾ ਉਹਨੂੰ ਕਿਸੇ ਮੰਤਰੀ ਸੰਤਰੀ ਨੇ ਕੀਤਾ। ਸੱਚ ਜਾਣੇ ਗੁਰੂ ਕੋਈ ਬਖਸ਼ਿਸ਼ ਵਰਤਦੀ ਹੈ। ਸਾਲਾਂ ਤੋਂ ਅਟਕੇ ਹੋਏ ਕਾਰਜ ਜਦੋਂ ਕੋਈ ਥੱਕ ਟੁੱਟ ਕੇ ਇੱਥੇ ਕੜਾਹ ਪ੍ਰਸ਼ਾਦੀ ਦੇਖ ਲਿਆ ਕੇ ਖੜ ਜਾਂਦੇ ਨਾ, ਸਤਿਗੁਰੂ ਮੇਰਾ ਤੂੰ ਹੀ ਹੈ। ਇਹ ਘਰੇ ਪਹੁੰਚਣ ਤੋਂ ਪਹਿਲਾਂ ਗੁਰੂ ਦਾ ਕਾਰਜ ਕਰਦਾ ਹੈ। ਪਹੁੰਚਣ ਤੋਂ ਛੱਡੋ, ਬਹੁਤੀ ਸੰਗਤ ਮਿਲਦੀ, ਕਹਿੰਦੇ ਦਰਬਾਰ 'ਚੋਂ ਬਾਹਰ ਨਿਕਲਣ ਤੋਂ ਪਹਿਲਾਂ ਹੀ ਕਰ ਦਿੰਦਾ ਅਰਦਾਸ ਕਰਨ ਤੋਂ। ਬਹੁਤੇ ਸਰੀਰ ਮਿਲੇ, ਇੱਥੇ ਅਰਦਾਸ ਕੀਤੀ, ਦਰਬਾਰ 'ਚੋਂ ਬਾਹਰ ਨਹੀਂ ਨਿਕਲੇ, ਫੋਨ ਆ ਗਿਆ, ਭਾਈ ਇਹ ਕਾਰਜ ਹੋ ਗਿਆ। ਇਹਦੇ ਬਾਬਾ ਜੀ ਆਉਂਦੇ ਨੇ, ਕਹਿੰਦੇ ਜੀ ਕੋਈ ਕੇਸ ਪੈ ਗਿਆ ਸੀ ਤੇ ਵਕੀਲ ਨੇ ਵੀ ਕਹਿ ਦਿੱਤਾ ਸੀ ਵੀ ਆਪਦਾ ਬੰਦੋਬਸਤ ਕੱਪੜੇ ਲੈ ਕੇ ਆਇਓ ਵੀ ਮੁਸ਼ਕਲ ਹੈ। ਤੇ ਕਹਿੰਦੇ ਇੱਥੇ ਆਣ ਕੇ ਰੋਏ ਤੇ ਸਜ਼ਾ ਸੁਣਾਉਣੀ ਸੀ ਜੱਜ ਨੇ, ਸਾਰਿਆਂ ਨੂੰ ਇਹ ਵੀ ਸਜ਼ਾ ਸੁਣਾਈ। ਵਕੀਲ ਵੀ ਮੇਰਾ ਕਹਿ ਰਿਹਾ ਵੀ ਸਜ਼ਾ ਹੋ ਜਾਣੀ ਹੈ। ਤੇ ਕਹਿੰਦਾ ਇੱਥੇ ਆਣ ਕੇ ਰੋਇਆ, ਗੁਰੂ ਸਾਹਿਬ ਜੀ ਤੁਸੀਂ। ਤੇ ਕਹਿੰਦਾ ਬਹਿ ਗਿਆ ਗੁਰੂ। ਫਿਰ ਜੱਜ ਦੇ ਦਿਲ 'ਚ ਤੇ ਜਾਂਦਿਆਂ ਕਹਿੰਦਾ ਵੀ ਸਾਰੇ ਕੇਸਾਂ 'ਚੋਂ ਇਹਨੂੰ ਬਰੀ ਕਰਦੇ ਆ, ਤੇ ਹੁਣ ਰੋਜ਼ਾਨਾ ਦੀ ਇੱਥੇ ਹਾਜ਼ਰੀ ਉਸ ਕੋਲ ਮੁੱਕ ਕਰੇਗੀ। ਔਰ 100 ਰੁਪਈਏ ਦੀ ਕੜਾਹ ਪ੍ਰਸ਼ਾਦੀ ਦੇਗਾ ਰੋਜ਼ ਦੀ, 100 ਤੋਂ ਵੀ ਜ਼ਿਆਦਾ ਕਈ ਵਾਰੀ ਘਰੋਂ 1 ਕਿਲੋ ਕੜਾਹ ਪ੍ਰਸ਼ਾਦੀ ਦੇਗ ਵੀ ਆਉਂਦੀ ਹੈ।
ਜਦੋਂ ਗੁਰੂ ਤਰੁੱਠ ਪੈਂਦਾ ਫਿਰ ਕਿਹੜਾ ਕਾਰਜ ਜਿਹੜਾ ਗੁਰੂ ਸਾਹਿਬ ਨਹੀਂ ਕਰ ਸਕਦਾ ਜੀ। ਬਸ ਵਿਸ਼ਵਾਸ ਦੀ ਜ਼ਰੂਰਤ ਹੈ, ਵਿਸ਼ਵਾਸ ਹੋਣਾ ਚਾਹੀਦਾ। ਕਾਰਜ ਸਭ ਸਵਾਰੀਆਂ ਹੈ, ਗੁਰ ਕੀ ਚਰਨੀ ਲਾਗ ਭਲਿਆ। ਗੁਰੂ ਦੇ ਚਰਨਾਂ ਨਾਲ ਜੁੜ ਜਾ, ਗੁਰੂ ਤੇਰੇ ਸਾਰੇ ਕਾਰਜ ਸਵਾਰੇਗਾ। ਕਹਿੰਦੇ ਇੱਥੇ ਬੈਠ ਕੇ ਤਾਂ ਹਉਮੈ ਦਾ ਰੋਗ ਤੇ ਭਰਮ ਕੱਟੇ ਜਾਂਦੇ ਆ। ਬੈਠੀਏ ਤੇ ਸਹੀ ਕਿਤੇ ਇੱਥੇ ਆ ਕੇ ਗੁਰੂ ਦੇ ਚਰਨਾਂ ਨਾਲ ਜੁੜੀਏ ਤੇ ਸਹੀ। ਹਉਮੈ ਰੋਗ ਭਰਮ ਕੱਟੀਏ, ਭਰਮ ਦੋ ਚਿੱਤਾ ਪਾਣ, ਔਰ ਹਉਮੈ ਦਾ ਰੋਗ ਇੱਥੋਂ ਦੂਰ ਹੋ ਜਾਂਦਾ ਹੈ। ਫਿਰ ਜੀਵ ਉਸ ਅਵਸਥਾ 'ਚ ਚਲਾ ਜਾਂਦਾ ਜਿੱਥੇ ਆਏਗਾ ਨਹੀਂ ਤੇ ਜਾਏਗਾ ਵੀ ਨਹੀਂ, ਜੰਮਣ ਮਰਨ ਤੋਂ ਰਹਿਤ ਹੋ ਜਾਂਦਾ ਹੈ। ਐ ਬੰਦਿਆ ਤੂੰ ਗੁਰੂ ਦੀ ਸੰਗਤ ਕਰਿਆ ਕਰ। ਤੂੰ ਗੁਰੂ ਦੀ ਸੰਗਤ ਕਰ ਲਈ ਨਾ। ਅੱਜ ਅਸੀਂ ਬੈਠੇ ਸੰਗਤ ਕਰ ਰਹੇ ਹਾਂ, ਇੰਨਾ ਮਾਣ ਹੋਣਾ ਚਾਹੀਦਾ। ਇੱਕ ਮਾਣ ਦੂਸਰਾ ਵੀ ਹੁੰਦਾ ਹੈ। ਇੱਕ ਮਾਣ ਤੇਰੇ ਦਰਸ਼ਨ ਬਿਟੋ ਖੰਨੀਏ ਬੰਝਾਂ, ਤੇਰੇ ਨਾਮ ਬਿਟੋ ਕੁਰਬਾਨੋ। ਜਾਂ ਤੂੰ ਤਾਂ ਮੈਂ ਮਾਣ ਕੀਆ ਤੇ ਤੂੰ ਮੇਰੇ ਨਾਲ ਖੜਾ, ਮੈਨੂੰ ਤੇਰੇ ਤੋਂ ਮਾਣ ਹੈ। ਇੱਕ ਮਾਣ ਕਰਨਾ ਚਾਹੀਦਾ। ਅਸੀਂ ਸੰਗਤ ਕੀਤੀ ਘੰਟਾ ਗੁਰੂ ਸਾਹਿਬ ਦੀ, ਤੇ ਕੀ ਹੋਇਆ ਜੀ? 8-60 ਤੀਰਥ ਨਹਾਓ। ਬਾਹਰ ਕੋਈ ਨਿਕਲੇ, ਭਾਈ ਕਿੱਥੋਂ ਆਇਆ? ਤੁਸੀਂ ਕਹਿ ਸਕਦੇ ਹੋ ਮੈਂ 68 ਤੀਰਥਾਂ ਦਾ ਇਸ਼ਨਾਨ ਕਰਕੇ ਆਇਆ। 68 ਤੀਰਥਾਂ ਦਾ ਇਸ਼ਨਾਨ ਹੈ। ਕਰ ਸੰਗਤ ਤੂੰ ਸਾਧ ਕੀ 8-60 ਤੀਰਥ ਨਹਾਓ। ਜੇ ਘੰਟਾ ਸੰਗਤ ਕਰ ਲਈ ਨਾ, ਕਥਾ ਸੁਣ ਲਈ, ਤੇ 68 ਤੀਰਥਾਂ ਤੇ ਜਾਣ ਦੀ ਲੋੜ ਨਹੀਂ ਰਹਿੰਦੀ ਹੈ। 68 ਤੀਰਥਾਂ ਦਾ ਇਸ਼ਨਾਨ ਗੁਰੂ ਕਰਵਾ ਦਿੰਦਾ ਹੈ। ਅੱਜ ਹੁਕਮਨਾਮਾ ਵੀ ਹੈ, ਆਪਾਂ ਨੂੰ ਪੜ੍ਹਨਾ। ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਇਹ ਹੁਕਮਨਾਮਾ ਵੀ ਸੁਣਿਓ ਜੀ। ਕਹਿੰਦੇ ਪਹਿਲਾ ਮਹਾਰਾਜ ਨੇ ਕਿਹਾ ਜੀਓ ਪ੍ਰਾਣ ਮਨ ਤਨ ਰੱਬ ਨੇ ਦਿੱਤੇ, ਹੁਣ ਹਰੇ ਵੀ ਜੀਓ ਪ੍ਰਾਣ ਹਰੇ ਧਰਤ ਦਾ ਪ੍ਰਸੰਤਾ ਖੇੜਾ, ਹਰ ਦਾ ਨਾਮ ਧਿਆਏ ਕਹੇ ਹੋ ਹਰਿਆ। ਭਾਈ ਤੁਹਾਡਾ ਅੰਦਰ ਹਰਿਆ ਭਰਿਆ ਹੋਗਾ ਖੇੜਾ ਖੁਸ਼ੀ। ਕਹਿੰਦੇ ਜੀਓ ਪ੍ਰਾਣ ਮਨ ਤਨ ਹੁਣ ਪ੍ਰਸੰਨ ਹੋ ਗਿਆ ਜੀ। ਇੱਥੇ ਸੁਭਾਅ ਦਾ ਅਰਥ ਸਵਾਰਥ ਨਹੀਂ, ਸੁਭਾਅ ਦਾ ਅਰਥ ਮਨੋਰਥ ਹੈ। ਕਹਿੰਦੇ ਸੱਚਾ ਮਨੋਰਥ ਹੈ ਮਨੁੱਖ ਦਾ ਵੀ ਤਨ ਮਨ ਖਿੜ ਜੇ ਗੁਰੂ ਕੋਲ ਬੈਠਿਆ। ਕਥਾ ਸੁਣ ਕੇ ਇਹ ਪ੍ਰਸੰਨ ਹੋ ਗਈ ਨਾ, ਤੂੰ ਆਹੀ ਤੇ ਤਨ ਮਨ ਖਿੜਦਾ ਹੈ। ਮੈਨੂੰ ਇੱਕ ਦਿਨ ਭੈਣ ਜੀ ਦਾ ਫੋਨ ਆਇਆ, ਬੈਠੇ ਨੇ, ਕਹਿੰਦੇ ਬਾਬਾ ਜੀ ਅੱਜ ਕਥਾ ਦਾ ਬੜਾ ਆਨੰਦ ਆਇਆ। ਵੈਸੇ ਤੇ ਰੋਜ਼ ਆਉਂਦਾ, ਅੱਜ ਬੜਾ ਆਨੰਦ ਆਇਆ। ਇਹਦਾ ਮਤਲਬ ਉਹ ਪ੍ਰਸੰਨ ਹੋਇਆ ਬਾਣਾ ਅਸੀਂ ਸੁਣਿਆ ਕੁਝ। ਬਸ ਗੱਲ ਜਿੱਦਣ ਰੂਹ ਸਾਡੀ ਖੁਸ਼ ਹੋ ਜਾਂਦੀ, ਇਹੀ ਹਰਿਆ ਹੈ ਸਾਰਾ ਕੁਝ ਵੀ ਅੰਦਰੋਂ ਪ੍ਰਸੰਨ ਹੋ ਜਾਣਾ। ਹਰੇ ਪਰ ਤੁਹਾਨੂੰ ਕਦੇ ਪੱਤ ਝੜਦੀ ਰੁੱਤ 'ਚ ਆਨੰਦ ਨਹੀਂ ਆਏਗਾ ਬਾਹਰ। ਤੇ ਜਦੋਂ ਬਹਾਰ ਦੀ ਰੁੱਤ ਹੁੰਦੀ ਹੈ, ਤੁਸੀਂ ਨਜ਼ਾਰਾ ਵੇਖੋ, ਕੁਦਰਤੀ ਨਜ਼ਾਰਾ ਵੇਖੋ। ਕਈ ਕੁਦਰਤੀ ਨਜ਼ਾਰਾ ਵੇਖਣ ਜਾਂਦੇ ਹੋ, ਸ਼ਿਮਲੇ ਚਲੇ ਗਏ ਹੋ, ਨੈਣੀਤਾਲ ਚਲੇ ਗਏ ਹੋ, ਪੁਰਾਣੇ ਉਹ ਨਜ਼ਾਰਾ ਵੇਖਣ ਹੀ ਜਾਂਦੇ ਆ ਵੀ ਅਸੀਂ ਉਸ ਮਾਹੌਲ ਨੂੰ ਵੇਖ ਕੇ ਅਸੀਂ ਖੁਸ਼ ਰਹੀਏ। ਕਈ ਕਹਿੰਦੇ ਨੇ ਇੱਥੇ ਟੈਨਸ਼ਨਾਂ ਛੱਡ ਦਿਓ ਜੀ ਸਾਰੀਆਂ, ਆਪਾਂ ਹੁਣ ਕਿਤੇ ਘੁੰਮਣ ਆਏ, ਬਸ ਤੁਸੀਂ ਇੱਥੋਂ ਦਾ ਆਨੰਦ ਮਾਣੋ। ਤੇ ਇਹ ਸਾਡੀ ਕਥਾ ਕੀਰਤਨ ਜਿਹੜਾ ਹੈ, ਬਾਣੀ ਹੈ, ਸਾਡੇ ਅੰਦਰ ਨੂੰ ਹਰਿਆ ਭਰਿਆ ਕਰ ਦਿੰਦੀ ਹੈ, ਖੁਸ਼ ਕਰ ਦਿੰਦੀ, ਪ੍ਰਸੰਨ ਕਰ ਦਿੰਦੀ ਹੈ। ਰੂਹ ਨੂੰ ਫਿਰ ਸਕੂਨ ਮਿਲਦਾ ਹੈ। ਤੇ ਜਿੱਦਾਂ ਰੂਹ ਖੁਸ਼ ਹੋ ਗਈ ਫਿਰ ਰੱਬ ਖੁਸ਼ ਹੈ। ਜਿੱਦਾਂ ਰੂਹ ਖੁਸ਼ ਹੋ ਗਈ ਰੂਹ ਰੱਬ ਦੇ ਨੇੜੇ ਪਹੁੰਚ ਜਾਂਦੀ ਹੈ। ਤੇ ਮਹਾਰਾਜ ਕਹਿੰਦੇ ਵੀ ਇਹੀ ਸੱਚਾ ਸਵਾਰਥ ਹੈ। ਭਾਈ ਅਸੀਂ ਮਨ ਤਨ ਨੂੰ ਹਰਿਆ ਕਰਨਾ, ਪ੍ਰਸੰਨ ਕਰਨਾ। ਇਹ ਕੀਰਤਨ ਦੀ ਕਥਾ ਦੀ ਇਹਨੂੰ ਖੁਰਾਕ ਦੇਣੀ ਹੈ ਜੀ। ਕਹਿੰਦੇ ਜੇ ਸਵਾਰਥ ਇਹ ਹੋ ਜਾਏਗਾ, ਮਨ ਤਨ ਹਰਿਆ ਹੋ ਜਾਏਗਾ, ਫਿਰ ਇੱਥੇ ਵੀ ਵਡਿਆਈਆਂ ਮਿਲਦੀਆਂ। ਤੁਸੀਂ ਗੁਰਦੁਆਰੇ ਆਉਣਾ ਹੀ ਸ਼ੁਰੂ ਕਰਦੇ, ਲੋਕ ਚੰਗਾ ਕਹਿਣਾ ਤੁਹਾਨੂੰ ਸ਼ੁਰੂ ਕਰਦੇ ਨੇ। ਭਾਈ ਗੁਰਦੁਆਰੇ ਜਾਂਦਾ, ਗੁਰੂ ਘਰ ਜਾਂਦਾ, ਇੱਥੇ ਬੈਠਣ ਵਾਲੇ ਨੂੰ ਵਡਿਆਈ ਮਿਲਦੀ ਹੈ। ਇੱਥੇ ਨਹੀਂ ਵਡਿਆਈ ਮਿਲਦੀ, ਦਰਗਾਹ 'ਚ ਵੀ ਉਹਨੂੰ ਜਗ੍ਹਾ ਮਿਲਦੀ ਹੈ। ਕਿੱਡੇ ਪਿਆਰੇ ਬਚਨ ਨੇ ਮਹਾਰਾਜ ਦੇ। ਕਹਿੰਦੇ ਇੱਥੇ ਬੈਠੇਗਾ, ਇਸ ਤਰ੍ਹਾਂ ਦਰਗਾਹ 'ਚ ਵੀ ਤੇਰਾ ਚੌਂਕੜਾ ਲਵਾਏਗਾ ਗੁਰੂ ਸਾਹਿਬ। ਤੇ ਜੇ ਇੱਥੇ ਹੀ ਨਹੀਂ ਆਣ ਕੇ ਬੈਠੇ ਤੇ ਦਰਗਾਹ 'ਚ ਫਿਰ ਕਿਤੇ ਬੈਠਣਾ ਹੀ ਨਹੀਂ ਆਉਂਦਾ। ਸਾਨੂੰ ਬਹਿਣਾ ਕਿਵੇਂ ਹੈ, ਫਿਰ ਦਰਗਾਹ 'ਚ ਕਿਵੇਂ ਜਾ ਕੇ ਬੈਠਾਂਗੇ। ਇੱਥੇ ਬੈਠਣਾ ਹੀ ਦਰਗਾਹ 'ਚ ਚੌਂਕੜਾ ਲਾਉਣਾ। ਇਹ ਫਿਰ ਗੁਰੂ ਸਾਹਿਬ ਦੀ ਜ਼ਿੰਮੇਵਾਰੀ ਬਣ ਜਾਂਦੀ। ਭਾਈ ਮੇਰੇ ਕੋਲ ਬੈਠਦਾ ਹੈ, ਇਹ ਇੰਨਾ ਗੁਰੂ ਸਾਹਿਬ ਨਾਲ ਪਿਆਰ ਕਰੀਏ। ਗੁਰੂ ਸਾਹਿਬ ਸੋਚਣੇ ਮੇਰੇ ਤੋਂ ਵਿਛੜ ਕੇ ਰਹਿ ਹੀ ਨਹੀਂ ਸਕਦਾ। ਤੇ ਜਾਣ ਤੋਂ ਬਾਅਦ ਵੀ ਗੁਰੂ ਆਪਣੇ ਚਰਨਾਂ ਕੋਲ ਹੀ ਰੱਖੇ। ਭਾਈ ਇਹ ਨਹੀਂ ਮੇਰੇ ਤੋਂ ਬਗੈਰ ਬਚ ਸਕਦਾ। ਪਿਆਰ ਹੀ ਇਹਨਾਂ ਨੂੰ ਗੁਰੂ ਸਾਹਿਬ ਨਾਲ ਕਰੀਏ ਜੀ। ਹਾਂ ਹੁਣ ਕਰਨ ਕਰਾਉਣ ਵਾਲਾ ਆਪ ਹੀ, ਇੱਥੇ ਬਿਠਾਉਣ ਵਾਲਾ, ਕਥਾ ਕਰਾਉਣ ਵਾਲਾ, ਸੁਣਾਉਣ ਵਾਲਾ, ਸਾਰਾ ਕੁਝ ਉਹ ਆਪ ਕਰਨ ਵਾਲਾ ਹੈ ਜੀ। ਸਭ ਕੁਝ ਉਹਦੇ ਹੱਥ 'ਚ ਹੈ ਜੀ। ਉਹ ਹੀ ਕਰਵਾ ਰਿਹਾ, ਉਹ ਕਰ ਰਿਹਾ ਹੈ। ਆਪੇ ਉਹ ਮਾਰਦਾ, ਆਪੇ ਜਿੰਦਾ ਕਰ ਦਿੰਦਾ। ਸਤਿਗੁਰ ਮੇਰਾ ਮਾਰ ਜੀਵਾਲੇ
ਉਹਦੇ 'ਚ ਮਾਰਨ ਦੀ ਵੀ ਤਾਕਤ ਹੈ। ਇਹ ਆਤਮਿਕ ਮੌਤ ਦੀ ਗੱਲ ਹੈ, ਸਰੀਰ ਨੂੰ ਮਾਰਨ ਦੀ ਗੱਲ ਨਹੀਂ ਹੈ। ਕਈ ਵਾਰੀ ਬਹੁਤਿਆਂ ਨੂੰ ਉਹਨੇ ਆਤਮਿਕ ਮੌਤ 'ਤੇ ਮਾਰਿਆ ਅਤੇ ਕਈਆਂ ਮਰਿਆਂ ਨੂੰ ਵੀ ਜਿੰਦਾ ਕਰ ਦਿੰਦਾ। ਜ਼ਮੀਰਾਂ ਮਰੀਆਂ ਜਾਗ ਪੈਂਦੀਆਂ ਕਈ ਵਾਰੀ। ਮਾਰ ਆਪੇ ਜੀਵਾਲ ਦਾ ਅੰਤਰ ਬਾਹਰ ਸਾਥ, ਉਹ ਅੰਦਰ ਵੀ ਹੈ ਬਾਹਰ ਹੈ, ਔਰ ਸਾਡੇ ਸਾਥ ਹੈ, ਸਾਡੇ ਅੰਗ ਸੰਗ ਹੈ। ਜਿਸ ਦਾ ਸਾਹਿਬ ਡਾਢਾ ਹੋਵੇ ਇਸ ਨੂੰ ਮਾਰ ਨਾ ਸਕੇ ਕੋਈ। ਇਹਦਾ ਡਾਢਾ ਸਾਹਿਬ ਜਿਹਦੇ ਨਾਲ ਖੜਾ ਉਹਨੂੰ ਆਤਮਿਕ ਮੌਤ 'ਤੇ ਕੋਈ ਨਹੀਂ ਮਾਰ ਸਕਦਾ ਹੈ ਜੀ। ਨਾਨਕ ਪ੍ਰਭੂ ਦੀ ਸ਼ਰਨ 'ਚ ਹੈ ਜੀ। ਉਹ ਜਿਹੜਾ ਸਾਰੀਆਂ ਘਟਾਂ ਦਾ ਨਾਥ, ਨਾਥ ਮਾਲਕ ਨੂੰ ਕਹਿੰਦੇ ਆ। ਨਾਨਕ ਉਹਦੀ ਸ਼ਰਨ 'ਚ ਜਿਹੜਾ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਹੁਕਮਨਾਮਾ ਥੋੜ੍ਹਾ ਜਿਹਾ ਲੰਬੇਰਾ ਸਮਾਂ ਪੂਰਾ ਹੋ ਜਾਣਾ, ਇੱਥੇ ਆਪਾਂ ਸਮਾਪਤੀ ਕਰਦੇ ਹਾਂ। ਭਾਈ ਇਹਨਾਂ ਸਥਾਨਾਂ ਦੀ ਸੇਵਾਕਾਰ ਸੇਵਾ ਵਾਲੇ ਮਹਾਂਪੁਰਖ ਬਾਬਾ ਜਗਤਾਰ ਸਿੰਘ ਜੀ ਕਰਵਾ ਰਹੇ ਹੈ। ਚੱਲ ਰਹੀਆਂ ਸਵਾਬਾਂ 'ਚ ਹਿੱਸਾ ਪਾ ਕੇ ਆਪ ਜੀ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹੋ। ਸਮੁੱਚੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀਆਂ ਨੂੰ। ਅੱਜ ਇੱਕ ਕੰਮ ਕੀਤਾ ਵੀ ਦਾਸ ਨੇ ਜਦੋਂ ਕਥਾ ਆਉਂਦੇ ਹੀ ਆਰੰਭ ਕਰ ਦਿੱਤੀ। ਕਿਰਪਾ ਕਰਿਓ ਸੰਗਤ ਜੀ। ਚਲੋ ਰੋਜ਼ ਦਾਸ ਇਹ ਗੱਲ ਕਹਿੰਦਾ ਵੀ ਆਪ ਜੀ ਜਾਪਜੀ ਸਾਹਿਬ ਹਾਜ਼ਰੀ ਭਰ ਰਹੇ ਹੋ, ਆਪ ਜੀ ਨੇ ਸੰਗਤ ਕੀਤੀ ਹੈ, ਇਹ ਰੋਜ਼ ਆਪਾਂ ਗੱਲਾਂ ਦੁਹਰਾਉਂਦੇ ਆ। ਇਹ ਮੇਰੇ ਮਨ 'ਚ ਜਦੋਂ ਮੈਂ ਕਥਾ 'ਤੇ ਆ ਰਿਹਾ ਸੀ, ਮੈਂ ਕਿਹਾ ਵੀ ਇਹ ਗੱਲਾਂ ਵੈਸੇ ਦੁਹਰਾਉਣ ਦੀ ਵੀ ਚਲੋ ਇਹ ਐਤਵਾਰ ਆਪਾਂ ਕਰ ਲਿਆ ਕਰਾਂਗੇ, ਕਿਉਂਕਿ ਬਹੁਤੀ ਸੰਗਤ ਬਾਹਰੋਂ ਉਹ ਆਉਂਦੀ ਜਿਹੜੀ ਰੋਜ਼ਾਨਾ ਹਾਜ਼ਰੀ ਨਹੀਂ ਭਰਦੀ, ਅਤੇ ਆਪਾਂ ਕਥਾ ਹੀ ਨਾਲ ਦੀ ਨਾਲ ਸ਼ੁਰੂ ਕਰਿਆ ਕਰੀਏ। ਮੇਰੇ ਮਨ 'ਚ ਪਹਿਲਾਂ ਵੀ ਕਾਕੇ ਨੂੰ ਕਹਿੰਦੇ ਰਾਓ ਵਾਲੀ ਪੰਕਤੀ ਤੱਕ ਹੀ ਸ਼ਬਦ ਪੜ੍ਹਿਆ ਕਰ, ਅੱਗੇ ਆਪਾਂ ਕਥਾ ਹੀ ਕਰ ਦਿਆ ਕਰਾਂਗੇ। ਚੱਲ ਕਰੋ, ਕੋਈ ਸੰਗਤਾਂ ਭੈਣ ਜੀ ਨਹੀਂ ਬੈਠੀਆਂ, ਨਾਲ ਪਾਠ ਵੀ ਸੰਥਿਆ ਵੀ ਹੁੰਦੀ ਹੈ, ਇਸ ਕਰਕੇ ਸ਼ਬਦ ਆਪਾਂ ਪੂਰਾ ਪੜ੍ਹ ਲਿਆ ਕਰਾਂਗੇ, ਪਰ ਕਥਾ ਬਹਿੰਦਿਆਂ ਸਾਰ ਨਾਲ ਦੀ ਨਾਲ ਆਪਾਂ ਸ਼ੁਰੂ ਕਰ ਦੇਣੀ ਹੈ। ਆਪ ਜੀ ਜ਼ਰੂਰ ਕਿਰਪਾ ਕਰਿਓ ਵੀ ਜਦੋਂ ਸਮਾਂ ਹੋ ਜਾਂਦਾ ਨਾਲ ਦੀ ਨਾਲ ਹੀ ਹਾਜ਼ਰੀ ਭਰਿਓ, ਫਿਰ ਸਾਰੇ ਸ਼ਬਦ ਦੀ ਜਿਹੜੀ ਕਥਾ, ਸਾਰੇ ਸ਼ਬਦ ਦੀ ਸਮਝ ਤਾਂ ਲੱਗੇਗੀ ਜੇ ਸਾਰਾ ਸ਼ਬਦ ਸੁਣਾਂਗੇ ਤਾਂ। ਅਤੇ ਕਿਰਪਾ ਕਰੋ ਆਪਾਂ ਇਹ ਨਹੀਂ ਟਾਈਮ ਆਪਾਂ ਇਹਨਾਂ ਫਤਿਹ ਬੁਲਾ ਕੇ ਬਸ ਸ਼ਬਦ ਪੜ੍ਹ ਕੇ ਆਪਾਂ ਕਥਾ ਸ਼ੁਰੂ ਕਰਿਆ ਕਰਾਂਗੇ। ਐਤਵਾਰ ਚਲੋ ਆਪਾਂ ਇਹ ਗੁਰੂ ਸਾਹਿਬ ਘਰ ਦਾ ਨਾਮ ਲੈ ਕੇ, ਕਿਉਂਕਿ ਸੰਗਤ ਨਵੀਂ ਆਉਂਦੀ ਹੈ, ਥੋੜ੍ਹਾ ਜਿਹਾ ਰੂਟੀਨ ਵਾਲੀ ਸੰਗਤ ਆਪਾਂ ਵੀ ਹੁਣ ਰੋਜ਼ ਇਹ ਸ਼ਬਦ ਦੁਹਰਾਉਣੇ ਆ, ਅਤੇ ਉਹਨਾਂ ਸ਼ਬਦਾਂ ਦੀ ਬਜਾਏ ਆਪਾਂ ਕਥਾ ਹੀ ਜਿਹੜੀ ਆਰੰਭ ਕਰਿਆ ਕਰਾਂਗੇ। ਥੋੜ੍ਹਾ ਜਿਹਾ ਟਾਈਮ ਨਾਲ ਯਤਨ ਕਰਿਆ ਕਰੋ ਆਪ ਜੀ ਆਉਣ ਦਾ। ਆਪਾਂ ਨੇ ਬਹੁਤਾ ਲਾਹਾ ਪ੍ਰਾਪਤ ਕਰਨਾ ਥੋੜ੍ਹੇ ਸਮੇਂ ਦੇ ਅੰਦਰ। ਵਾਰ-ਵਾਰ ਉਹ ਗੱਲਾਂ ਕਰਕੇ ਆਪਾਂ ਸਮਾਂ ਐਵੇਂ ਨਹੀਂ, ਜਿਹੜੀਆਂ ਗੱਲਾਂ ਆਪਾਂ ਦ੍ਰਿੜ ਕਰ ਚੁੱਕੇ ਹਾਂ ਉਹਨਾਂ ਨੂੰ ਆਪਾਂ ਹੁਣ ਛੱਡ ਕੇ ਅਤੇ ਅਗਲੀ ਵਿਚਾਰ ਆਪਾਂ ਉਹ ਕਰਨੀ ਹੈ। ਇਹ ਬੇਨਤੀ ਪ੍ਰਵਾਨ ਕਰਨੀ ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।